आसन अपंग उपमा अनंग महिमा अपार आसन अपंग। पतत पावन भगत वत्सल किरपा निधान दसां पातशाहियां दी जोत तखत चवर छतर दे मालिक गुरता गद्दी ते सुभाएमान साहिब श्री गुरु ग्रंथ साहिब जी महाराज सतगुरां दी पावन पवित्र हजूरी अंदर जोड़ मिल बैठी गुरु रूप खालसा साध संगत जीओ सिनेमर फतेह प्रवान करो जी। वाहिगुरु जी का खालसा वाहिगुरु जी की फतेह। कलगीधर जी महाराज पंथ दे वाली अमृत के दाते धन गुरु गोबिंद सिंह सच्चे पातशाह गरीब नवाज वाहिगुरु परमेश्वर जी की उस्तत मद भार छंद द्वारा करते हैं कि हे वाहिगुरु परमेश्वर जी तो प्रसाद आप जी की किरपा सदका तेरी रहमत सदका दास हुण मद भार छंद द्वारा आप जी की उस्तत करता है ते उस्तत करते हुए आप जी पवित्र बचन करते हैं गुणगन उदार। हे वाहिगुरु सच्चे पातशाह उदार आदक जिहड़े गुण ने उदार कहंदे ने वड्डे दिल वाले नूं श्रेष्ठ दाता नूं। इस तरह जिहड़ा सब तो वड्डा दाता है भगत वत्सल है ये वाहिगुरु जी दे गुण ने और ये जिहड़े गुण ने उदार आदक ये कोई एक अद्धा नहीं गण बहुत ज़्यादा हैं। भाव समूह गुण शुभ गुण आप जी दे अंदर रहिंदे ने विराजदे हैं। गुरबाणी दे विच भी ये पवित्र बचन कीते गए ने कि वाहिगुरु परमेश्वर दे विच बहुत ज़्यादियां ही सिफतां ने बड़े गुण ने। किन्ने क गुण ने तां सतगुरु जी फरमाउंदे ने तेरे कवन कवन गुण कह कह गावा तू साहिब गुणी निधाना तुमरी महिमा बरन ना साको तू ठाकुर ऊच भगवाना। हे वाहिगुरु सच्चे पातशाह जी तेरी महिमा वर्णन दे विच नहीं आउंदी। किन्ने क गुण ने कई वारी परमेश्वर की सिफत करन लग्या साडे पास वो शब्द नहीं हुंदे जिहदे नाम वाहिगुरु जी की जिहड़ी शख्सियत है उहदा सत्कार करन वजों कोई ओडे सोहणे ओडे उच्चे ओडे सुच्चे शब्द वरत सकीए। संसार की जिहड़ी सिफत वाहिगुरु परमेश्वर के प्रति है उन्होंने गुरबाणी ने बड़ा सोहने तरीके दे नाल दस्या है कि हे वाहिगुरु सच्चे पातशाह है तां आप जी बादशाह शहनशाह पर जे कोई तेनों मियाँ कहे अफसर कह दवे थाणेदार कह दवे तां ये कोई गल फबदी नहीं। कोई बादशाह होवे ते उन्होंने तुसीं थाणेदार कह दो अफसर कह दो होवे वो शहनशाह दा भी शहनशाह
ਇਸੇ ਤਰ੍ਹਾਂ ਪਰਮੇਸ਼ਰ ਦੀ ਜਦੋਂ ਅਸੀਂ ਸਿਫਤ ਕਰਨ ਲੱਗਦੇ ਹਾਂ ਤਾਂ ਸਾਡੇ ਪਾਸ ਓਡੇ ਢੁਕਵੇਂ ਸ਼ਬਦ ਹੀ ਨਹੀਂ ਹੁੰਦੇ। ਮਹਾਰਾਜ ਜੀ ਬਾਣੀ ਦੇ ਵਿੱਚ ਫਰਮਾਉਂਦੇ ਨੇ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਮਨ ਵਡਾਈ। ਇਹਦੇ ਵਿੱਚ ਤੇਰੀ ਕਿਹੜੀ ਵਡਿਆਈ, ਕਿੰਨੀ ਕੁ ਸਿਫਤ ਹੈ। ਇਸ ਕਰਕੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਵਾਹਿਗੁਰੂ ਪਰਮੇਸ਼ਰ ਦੇ ਵਿੱਚ ਬੇਅੰਤ ਹੀ ਸਿਫਤਾਂ ਨੇ। ਇਸ ਕਰਕੇ ਕਲਗੀਧਰ ਗਰੀਬ ਨਵਾਜ਼ ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰਦੇ ਹੋਏ ਕਹਿੰਦੇ ਨੇ ਕਿ ਹੇ ਵਾਹਿਗੁਰੂ ਜੀ, ਉਦਾਰਤਾ ਆਦਿਕ ਜਿਹੜੇ ਗੁਣ ਨੇ ਸਾਰੇ ਹੀ ਆਪ ਦੇ ਵਿੱਚ ਹਨ। ਮਹਿਮਾ ਅਪਾਰ। ਫਿਰ ਆਪ ਜੀ ਦੀਆਂ ਸਿਫਤਾਂ ਦਾ ਕੋਈ ਪਾਰਾਵਾਰ ਨਹੀਂ। ਮਹਿਮਾ ਕਹਿੰਦੇ ਨੇ ਕੀਰਤੀ ਨੂੰ, ਸਿਫਤ ਨੂੰ, ਅਪਾਰ, ਪਾਰਾਵਾਰ ਤੋਂ ਰਹਿਤ, ਅੰਤ ਤੋਂ ਰਹਿਤ। ਕਿੰਨੀ ਕੁ ਆਪ ਜੀ ਦੀ ਵਡਿਆਈ ਕਰੀਏ, ਕਿੰਨੀ ਕੁ ਆਪ ਜੀ ਦੀ ਮਹਿਮਾ ਗਾਇਨ ਕਰੀਏ। ਆਪ ਜੀ ਦੀ ਮਹਿਮਾ ਜਿਹੜੀ ਉਸਤਤੀ ਹੈ ਉਹਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਆਸਨ ਅਪੰਗ। ਆਸਣ ਕਹਿੰਦੇ ਨੇ ਤਖਤ ਨੂੰ, ਬੈਠਣ ਦੀ ਥਾਂ। ਅਭੰਗ ਭੰਗਤਾ ਤੋਂ ਰਹਿਤ, ਨਾਸ਼ ਤੋਂ ਰਹਿਤ। ਆਪ ਜੀ ਦਾ ਜਿਹੜਾ ਤਖਤ ਹੈ, ਆਸਣ ਹੈ, ਗੱਦੀ ਹੈ, ਸਿੰਘਾਸਣ ਹੈ, ਇਹ ਕਦੀ ਨਾਸ ਨਹੀਂ ਹੁੰਦੀ, ਸਦਾ ਕਾਇਮ ਰਹਿੰਦੀ ਹੈ। ਜਿਵੇਂ ਦੁਨਿਆਵੀ ਬਾਦਸ਼ਾਹ ਹੁੰਦੇ ਨੇ, ਥੋੜ੍ਹੇ ਚਿਰ ਵਾਸਤੇ ਪੁਰਾਣਾ ਸਿਸਟਮ ਤਾਂ ਇਹ ਸੀ ਕਿ ਪਿਤਾ ਤੋਂ ਬਾਅਦ ਪੁੱਤਰ ਨੂੰ ਬਾਦਸ਼ਾਹੀ ਪ੍ਰਾਪਤ ਹੁੰਦੀ ਸੀ। ਹੁਣ ਥੋੜ੍ਹਾ ਜਿਹਾ ਸਿਸਟਮ ਬਦਲ ਗਿਆ ਹੈ। ਜਿਵੇਂ 5 ਸਾਲ ਵਾਸਤੇ ਕੋਈ ਬਾਦਸ਼ਾਹ ਬਣ ਜਾਂਦਾ ਹੈ, ਮੰਤਰੀ ਬਣ ਜਾਂਦਾ ਹੈ, 5 ਸਾਲ ਵਾਸਤੇ ਕੋਈ ਬਣ ਜਾਂਦਾ ਹੈ। ਇਹਨਾਂ ਦੇ ਜਿਹੜੇ ਆਸਣ ਨੇ ਨਾ ਦੁਨਿਆਵੀ ਰਾਜਿਆਂ ਦੇ, ਇਹ ਲੈਂਦੇ ਰਹਿੰਦੇ ਨੇ। ਲੈ ਗਏ ਬਣ ਗਏ, ਲੈ ਗਏ ਬਣ ਗਏ। ਪਰ ਵਾਹਿਗੁਰੂ ਪਰਮੇਸ਼ਰ ਕਿੱਦਾਂ ਦਾ ਬਾਦਸ਼ਾਹ ਹੈ ਤਾਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਪਜੀ ਸਾਹਿਬ 'ਚ ਫਰਮਾਉਂਦੇ ਨੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਿਸੇ ਦਾ ਥਾਪਿਆ ਹੋਇਆ ਨਹੀਂ ਆ। ਜਿਵੇਂ 10 ਬੰਦੇ ਇਕੱਠੇ ਹੋ ਕੇ ਕਿਸੇ ਨੂੰ ਚੁਣ ਲਿਆ, ਥਾਪ ਲਿਆ, ਉਹ ਕਿਸੇ ਦਾ ਕੀਤਾ ਨਹੀਂ ਹੈ, ਕਿਸੇ ਦਾ ਬਿਠਾਇਆ ਨਹੀਂ ਹੈ। ਉਹਦੀ ਬਾਦਸ਼ਾਹੀ ਹਮੇਸ਼ਾ ਚੱਲਦੀ ਹੈ। ਹੋਰ ਵੀ ਬੜੇ ਪਿਆਰੇ ਬਚਨ ਗੁਰਬਾਣੀ 'ਚ ਆਉਂਦੇ ਨੇ। ਜਿਵੇਂ ਬਾਦਸ਼ਾਹਾਂ ਦੇ ਦਫ਼ਤਰਾਂ ਦੇ ਵਿੱਚ ਜਿੱਥੇ ਉਹ ਅਦਾਲਤ ਲਾਉਂਦੇ ਨੇ, ਉੱਥੇ ਭਾਸ਼ਾ ਚੱਲਦੀ ਹੈ। ਹਰ ਦੇਸ਼ ਨੇ ਆਪਣੀ ਭਾਸ਼ਾ ਬਣਾਈ ਹੁੰਦੀ ਹੈ। ਜਿਵੇਂ ਸਿੱਖਾਂ ਦੀ ਗੁਰਮੁਖੀ ਹੈ, ਉਰਦੂ ਵੀ ਚੱਲਦੀ ਰਹੀ ਹੈ, ਪਰਸ਼ੀਅਨ ਵੀ ਚੱਲਦੀ ਰਹੀ ਹੈ, ਹਿੰਦੁਸਤਾਨ ਦੀ ਹਿੰਦੀ ਹੈ, ਪੰਜਾਬੀਆਂ ਦੀ ਪੰਜਾਬੀ ਹੈ। ਇੱਦਾਂ ਇੱਕ ਨਾ ਪੁਰਾਣਾ ਖਿਆਲ ਸੀ ਵੀ ਰੱਬ ਦੇ ਦਰ 'ਤੇ ਕਿਹੜੀ ਭਾਸ਼ਾ ਚੱਲਦੀ ਹੈ। ਜਿਹੜੇ ਤੇ ਹੈਗੇ ਆਪਣੇ ਸਨਾਤਨ ਧਰਮ ਵਾਲੇ, ਇਹ ਵੀਰ ਕਹਿੰਦੇ ਆ ਵੀ ਰੱਬ ਦੀ ਬਾਣੀ ਸੰਸਕ੍ਰਿਤ ਆ। ਦੇਵ ਬਾਣੀ ਕਹਿ ਦਿੰਦੇ ਨਾ, ਦੇਵਤਿਆਂ ਦੀ ਬਾਣੀ ਸੰਸਕ੍ਰਿਤ ਹੈ। ਅਤੇ ਜਿਹੜੇ ਮੁਸਲਮਾਨ ਨੇ ਉਹ ਕਹਿੰਦੇ ਨਹੀਂ, ਅਰਬੀ 'ਚ ਗੱਲ ਕਰਦਾ, ਉਹਦੀ ਭਾਸ਼ਾ ਅਰਬੀ ਹੈ। ਕਲਗੀਧਰ ਸੱਚੇ ਪਾਤਸ਼ਾਹ ਨੇ ਇਹ ਨਹੀਂ ਆਖਿਆ ਵੀ ਉਹਦੀ ਭਾਸ਼ਾ ਗੁਰਮੁਖੀ ਹੈ, ਉਹਦੀ ਭਾਸ਼ਾ ਅਰਬੀ ਹੈ, ਉਹਦੀ ਭਾਸ਼ਾ ਸੰਸਕ੍ਰਿਤ ਹੈ। ਕਲਗੀਧਰ ਜੀ ਦੀ ਜੇ ਬਾਣੀ ਪੜ੍ਹੀਏ ਜਾਂ ਗੁਰਬਾਣੀ ਦੀ ਵਿਚਾਰ ਕਰੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰੂ ਨੇ, ਅਤੇ ਨਾਲ ਦਸਮ ਦੀ ਬਾਣੀ ਹੈ, ਨਾਲ ਸਾਡੇ ਇਤਿਹਾਸ ਦੇ ਗ੍ਰੰਥ ਦੇ ਰਹਿਤਨਾਮੇ ਨੇ, ਇਹਨਾਂ ਦੀ ਅੱਡੋ ਅੱਡ ਥਾਂ ਹੈ। ਸ਼੍ਰੋਮਣੀ ਕੌਣ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਉਂਕਿ ਜਿਹੜੀ ਗੱਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੈ।
ਨਾਲ ਦਸਮ ਦੀ ਬਾਣੀ ਵੀ ਹੈ, ਉਹ ਵੀ ਗੁਰਾਂ ਦੀ ਬਾਣੀ ਆ, ਕਿਉਂਕਿ ਕਲਗੀਧਰ ਜੀ ਦੀ ਬਾਣੀ ਆ, 10ਵੇਂ ਪਾਤਸ਼ਾਹ ਦੀ ਬਾਣੀ। ਤਾਂ ਜੇ ਆਪਾਂ ਵਿਚਾਰ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤੇ ਦਸਮ ਦੀ ਬਾਣੀ ਦੀ, ਤਾਂ ਮਹਾਰਾਜ ਕਹਿੰਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਉਦਾਹਰਨ ਲਈਏ ਵੀ ਰੱਬ ਦੇ ਘਰ ਕਿਹੜੀ ਭਾਸ਼ਾ ਚੱਲਦੀ ਹੈ, ਤਾਂ ਮਹਾਰਾਜ ਜੀ ਜਪਜੀ ਸਾਹਿਬ 'ਚ ਫਰਮਾਉਂਦੇ ਨੇ ਭਾਖਿਆ ਭਾਉ ਅਪਾਰ। ਉੱਥੇ ਭਾਉ ਪ੍ਰੇਮ ਦੀ ਭਾਖਿਆ ਚੱਲਦੀ ਹੈ, ਭਾਖਿਆ ਕਹਿੰਦੇ ਬਾਣੀ ਨੂੰ। ਰੱਬ ਪ੍ਰੇਮ ਦਾ ਭੁੱਖਾ ਵਾ, ਪ੍ਰੇਮ ਦੇ ਨਾਲ ਜਿਹੜੀ ਵੀ ਅਰਦਾਸ ਕੀਤੀ ਜਾਵੇ, ਜਿਹੜੀ ਮਰਜ਼ੀ ਭਾਸ਼ਾ 'ਚ ਕੀਤੀ ਜਾਵੇ, ਉਹ ਪ੍ਰਵਾਨ ਕਰ ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਝਗੜੇ 'ਚ ਨਹੀਂ ਪਾਉਂਦੇ ਵੀ ਉਹਦੀ ਬਾਣੀ ਆ ਹੀ ਆ ਸੰਸਕ੍ਰਿਤੀ ਆ ਤੇ ਉਹਦੀ ਬਾਣੀ ਅਰਬੀ ਆ, ਵੀ ਜਦੋਂ ਰੱਬ ਇੱਕ ਆ ਤੇ ਫਿਰ ਉੱਥੇ ਭਾਸ਼ਾ ਕਿਹੜੀ ਚੱਲਦੀ ਆ, ਤਾਂ ਮਹਾਰਾਜ ਕਹਿੰਦੇ ਭਾਈ ਪ੍ਰੇਮ ਦੀ ਭਾਸ਼ਾ ਚੱਲਦੀ ਹੈ। ਇਸ ਕਰਕੇ ਆਸਨ ਅਭੰਗ, ਵਾਹਿਗੁਰੂ ਜੀ ਦਾ ਜਿਹੜਾ ਤਖਤ ਹੈ ਕਾਇਮ ਦਾਇਮ ਸਦਾ ਪਾਤਸ਼ਾਹੀ, ਉਹਦਾ ਤਖਤ ਹਮੇਸ਼ਾ ਕਾਇਮ ਰਹਿੰਦਾ ਹੈ, ਹਮੇਸ਼ਾ ਵਾਹਿਗੁਰੂ ਦੀ ਬਾਦਸ਼ਾਹੀ ਕਾਇਮ ਰਹਿੰਦੀ ਹੈ। ਜਾਂ ਫਿਰ ਗੁਰਬਾਣੀ ਦੇ ਅੰਦਰ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਆਸਣ ਕਿਹਨੂੰ ਮੰਨਦੇ ਆ? ਇੱਕ ਤੇ ਆਸਣ ਹੋ ਗਿਆ ਨਾ ਤਖਤ, ਵੀ ਵਾਹਿਗੁਰੂ ਦਾ ਤਖਤ ਅਭੰਗ ਅਨਾਸ਼ ਤੋਂ ਰਹਿਤ। ਤੇ ਆਸਣ ਦਾ ਇੱਕ ਅਰਥ ਇਹ ਵੀ ਹੁੰਦਾ ਹੈ, ਜੇ ਆਪਾਂ ਸੁਖਮਣੀ ਸਾਹਿਬ ਪੜ੍ਹੀਏ ਉੱਥੇ ਕੀ ਆਊਗਾ? ਅਬਨਾਸੀ ਸੁਖ ਆਪਨ ਆਸਣ। ਅਸਲੀ ਸੁੱਖ ਆਪਦੀ ਜਗ੍ਹਾ 'ਤੇ ਪ੍ਰਾਪਤ ਹੁੰਦਾ ਹੈ। ਹੁਣ ਤੁਸੀਂ ਜਿੱਥੇ ਵੀ 2 ਕਮਰੇ ਪਾਏ ਹੋਣਗੇ, ਤੁਸੀਂ ਜਿੱਥੇ ਮਰਜ਼ੀ ਘੁੰਮ ਆਓ, ਤੁਹਾਨੂੰ ਕੰਮ ਕਰਨ ਤੋਂ ਬਾਅਦ ਖਿੱਚ ਹੋਊਗੀ ਘਰ ਚੱਲੀਏ, ਘਰ ਚੱਲੀਏ। ਜਿੱਥੇ ਤੁਹਾਡੀ ਰਿਹਾਇਸ਼ ਹੋ ਗਈ ਨਾ, ਉੱਥੋਂ ਦੀ ਤੁਹਾਨੂੰ ਖਿੱਚ ਪਊਗੀ। ਤਾਂ ਵਾਹਿਗੁਰੂ ਪਰਮੇਸ਼ਰ ਕੀ ਹੈ? ਸਾਡਾ ਆਸਣ ਮੈਨੇ ਨਿੱਜ ਘਰ ਹੈ, ਤੇ ਉਹ ਅਭੰਗ ਨਾਸ਼ ਤੋਂ ਰਹਿਤ ਹੈ। ਜਿਹੜਾ ਸਾਡਾ ਅਸਲੀ ਸਰੂਪ ਆ ਨਾ, ਅਸਲੀ ਆਸਣ ਆ, ਉੱਥੇ ਜਾ ਕੇ ਹੀ ਸਾਨੂੰ ਅਸਲੀ ਸੁੱਖ ਪ੍ਰਾਪਤ ਹੋ ਸਕਦਾ। ਮਹਾਰਾਜ ਫਰਮਾਉਂਦੇ ਨੇ ਅਬਨਾਸੀ ਸੁੱਖ ਆਪਨ ਆਸਣ। ਜਿਵੇਂ ਨਦੀਆਂ ਦੀ ਜਿਹੜੀ ਯਾਤਰਾ ਹੈ, ਉਹ ਸੱਜਣਾ ਸਮੁੰਦਰ ਦੇ ਵਿੱਚ ਜਾ ਕੇ ਮੁੱਕਦੀ ਹੈ। ਉਹਨਾਂ ਚਿਰ ਉਹਨਾਂ ਨੂੰ ਆਰਾਮ ਨਹੀਂ। ਉਹ ਕੀ ਆ? ਨਦੀਆਂ ਦਾ ਆਸਣ। ਉੱਥੇ ਉਹਨਾਂ ਪਹੁੰਚਣਾ ਹੀ ਪਹੁੰਚਣਾ ਹੈ। ਉਸ ਵਾਸਤੇ ਪਹਾੜ ਵੀ ਲੰਘਣੇ ਪੈਣੇ ਨੇ, ਉੱਚੇ ਨੀਵੇਂ ਥਾਂ ਵੀ ਲੰਘਣੇ ਪੈਣੇ ਨੇ, ਪੱਥਰਾਂ ਨੂੰ ਵੀ ਚੀਰਨਾ ਪੈਣਾ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਕੀ ਹੈ? ਗੁਰਮੁਖਾਂ ਪਰਮੇਸ਼ਰਾਂ ਦਾ, ਗੁਰਮੁਖਾਂ ਦਾ, ਪਰਮੇਸ਼ਰ ਦੇ ਪਿਆਰਿਆਂ ਦਾ ਨਿੱਜ ਘਰ। ਤੇ ਮੱਧ ਵਾਲਮੀਕ ਦੇ ਵਿੱਚ, ਸ਼੍ਰੀ ਮੱਧ ਵਾਲਮੀਕ ਰਾਮਾਇਣ ਦੇ ਵਿੱਚ 2 ਲਾਈਨਾਂ ਬੜੀਆਂ ਸੋਹਣੀਆਂ ਲਿਖੀਆਂ। ਕੀ ਲਿਖਿਆ ਉੱਥੇ? ਸਰਵਦਾ ਅਭਿਗਤਾ ਸਦ ਵੀ ਸਮੁੰਦਰ ਇਵ ਸਿੰਧੂ ਵੀ, ਆਰਿਆ ਸਰਵ ਸਮਸ਼ਚੈਵ ਸਦੈਵ ਪ੍ਰਿਯ ਦਰਸ਼ਨਾ। ਜਿਸ ਪ੍ਰਕਾਰ ਸਾਰੀਆਂ ਨਦੀਆਂ ਸਮੁੰਦਰ ਤੱਕ ਪਹੁੰਚਦੀਆਂ ਨੇ, ਉਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ, ਉਹ ਸੁਤੇ ਸਿੱਧੀ ਰੱਬ ਵੱਲ ਤੁਰਦੇ ਆ। ਜੇ ਕੋਈ ਉਹਨਾਂ ਨੂੰ ਕਹੋ ਨਾ ਵੀ ਤੁਹਾਨੂੰ ਫਾਇਦਾ ਕੀ ਆ, ਹੁਣ ਜੇ ਕੋਈ 10ਵੇਂ ਪਾਤਸ਼ਾਹ ਨੂੰ ਪੁੱਛੇ ਵੀ 4 ਸਾਹਿਬਜ਼ਾਦੇ ਸ਼ਹੀਦ ਕਰਵਾਤੇ, ਕੀ ਫਾਇਦਾ ਹੋਇਆ? ਤਾਂ ਉਹ ਕਹਿੰਦੇ ਵੱਸ ਦੀ ਗੱਲ ਨਹੀਂ ਆ। ਉਹ ਸੁਤੇ ਸਿੱਧ, ਜਿਵੇਂ ਨਦੀ ਦਾ ਧਰਮ ਕੀ ਆ? ਉਹਨੇ ਸਮੁੰਦਰ ਤੱਕ ਜਾਣਾ ਹੀ ਜਾਣਾ। ਜੋ ਮਰਜ਼ੀ ਰੋਕ ਲਓ, ਡੱਕ ਲਓ,
ਰੱਬ ਦੇ ਪਿਆਰਿਆਂ ਨੇ ਰੱਬ ਦੇ ਰਾਹ 'ਤੇ ਤੁਰਨਾ ਹੀ ਤੁਰਨਾ, ਕਿਉਂ? ਉਹਨਾਂ ਦੀ ਮੰਜ਼ਿਲ ਕੀ ਹੈ? ਜਿਵੇਂ ਨਦੀਆਂ ਦੀ ਮੰਜ਼ਿਲ ਸਮੁੰਦਰ ਹੈ, ਰੱਬ ਦੇ ਪਿਆਰਿਆਂ ਦੀ ਰੱਬ। ਜਿਵੇਂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ, ਮਨਮੁੱਖਾਂ ਦਾ ਅਤੇ ਸਾਧੂਆਂ ਦਾ ਸੁਭਾਅ 'ਚ ਫਰਕ ਕਿਉਂ ਹੈ? ਮਨਮੁੱਖ ਨਜਾਇਜ਼ ਹੀ ਸਾਧੂ ਲੋਕਾਂ ਨੂੰ ਦੁੱਖ ਦਿੰਦੇ, ਅਕਾਰਨ ਹੀ ਵੈਰ ਕਰਦੇ, ਅਕਾਰਨ ਹੀ। ਤੇ ਜਿਹੜੇ ਸਾਧੂ ਪੁਰਸ਼ ਨੇ ਉਹ ਅਕਾਰਨ ਹੀ ਬਿਨਾਂ ਗੱਲ ਤੋਂ ਹੀ ਸਭ ਦਾ ਭਲਾ ਕਰਦੇ ਆ। ਨਹੀਂ ਤੇ ਜਿਹੜੇ ਵਿਚਲੇ ਜੇ ਬੰਦੇ ਹੁੰਦੇ ਉਹ ਵੇਂਦੇ ਆ ਵੀ ਇਹ ਤੋਂ ਫਾਇਦਾ ਆਪਾਂ ਨੂੰ ਕਿੰਨਾ ਕੁ, ਜਿੰਨਾ ਕੁ ਫਾਇਦਾ ਉਹਨਾਂ ਕੁ ਉਹਦਾ ਕਰੀ ਚੱਲੋ। ਸਿਆਣਪ ਤੇ ਇਹ ਕਹਿੰਦੀ ਆ, ਪਰ ਜਿਹੜਾ ਧਰਮ ਹੈ ਇਹ ਦੁਨਿਆਵੀ ਸਿਆਣਪ ਤੋਂ ਅੱਗੇ ਜਾ ਕੇ ਚੱਲਦਾ। ਤਾਂ ਮਹਾਰਾਜ ਕਹਿੰਦੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਭਾਈ ਜਿਵੇਂ ਦਰਖਤ ਹੈ, ਇਹ ਪ੍ਰਸੰਗ ਬੜਾ ਸੁੰਦਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸ਼੍ਰੀਮਾਨ ਭਾਈ ਸੰਤੋਖ ਸਿੰਘ ਜੀ ਲਿਖਦੇ, ਜਿਵੇਂ ਦਰਖਤ ਦਾ ਕੁਦਰਤੀ ਸੁਭਾਅ ਹੈ ਕਿ ਉਹਨੇ ਸੁੱਖ ਦੇਣਾ ਹੀ ਦੇਣਾ, ਭਾਵੇਂ ਤੁਸੀਂ ਉਹਨੂੰ ਵੱਟੇ ਮਾਰੋ, ਭਾਵੇਂ ਤੁਸੀਂ ਉਹਨੂੰ ਰੋੜੇ ਮਾਰੋ, ਭਾਵੇਂ ਉਹਨੂੰ ਤੁਸੀਂ ਵੱਢੋ। ਤੇ ਭਾਈ ਗੁਰਦਾਸ ਸਾਹਿਬ ਨੇ ਵੀ ਇਹ ਭਾਅ ਲਿਖਿਆ ਹੈ, ਵੱਢਣ ਆਏ ਮਨੁੱਖ ਆਪ ਤਛਾਇਆ। ਭਾਈ ਸਾਹਿਬ ਵੀ ਲਿਖਦੇ ਨੇ ਇਹ ਭਾਵ ਨੂੰ। ਉਹਨਾਂ ਦਾ ਸ਼ਬਦ ਆਉਂਦਾ, ਵਿਰਲੇ ਹੀ ਸਨਮੁਖ ਭਾਣਾ ਪਾਇਆ। ਉਹ ਲਿਖਦੇ ਨੇ, ਸ਼ਾਮ ਘਣੀ ਬਹਿ ਸੁਖ ਮਨ ਪਰਚਾਇਆ, ਵੱਢਣ ਆਏ ਮਨੁੱਖ ਆਪ ਤਛਾਇਆ, ਫਲ ਦੇ ਲਾਵਨ ਭੁੱਖ ਵਾਟ ਵਟਾਇਆ। ਵਟੇ ਵੱਜੇ ਪਰ ਅੱਗੇ ਉਹਨੇ ਫਲ ਦੇ ਕੇ ਭੁੱਖ ਲਾਈ। ਜਿਹੜੇ ਵੱਢਣ ਆਏ ਉਹਨਾਂ 'ਤੇ ਵੀ ਛਾਂ ਕੀਤੀ ਅਤੇ ਆਪਣਾ ਆਪ ਵਢਾ ਕੇ ਵੀ ਉਹ ਲੱਕੜ ਦੇ ਰੂਪ 'ਚ ਕੰਮ ਆਇਆ। ਤਾਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦਾ ਸੁਭਾਅ ਹੈ, ਸਾਧੂ ਆਪਣਾ ਸੁਭਾਅ ਨਹੀਂ ਛੱਡਦੇ, ਮਨਮੁੱਖ ਆਪਣਾ ਸੁਭਾਅ ਨਹੀਂ ਛੱਡਦੇ। ਤਾਂ ਸ਼੍ਰੀ ਮੱਧ ਵਾਲਮੀਕ ਰਾਮਾਇਣ ਦੇ ਵਿੱਚ 2 ਲਾਈਨਾਂ ਬੜੀਆਂ ਸੋਹਣੀਆਂ ਲਿਖੀਆਂ, ਜਿਵੇਂ ਨਦੀਆਂ ਨੂੰ ਕਿਸੇ ਨੇ ਨਹੀਂ ਆਖਿਆ ਵੀ ਜਾਓ ਸਮੁੰਦਰ ਵੱਲ, ਕਿਸੇ ਨੇ ਆਖਿਆ? ਤੇ ਜਿੰਨਾ ਮਰਜ਼ੀ ਯਤਨ ਕਰ ਲਓ ਰੋਕਣ ਦਾ, ਇਹਨਾਂ ਦੀ ਮੰਜ਼ਿਲ ਕਿੱਥੇ ਮੁੱਕਦੀ ਹੈ? ਸਮੁੰਦਰ 'ਚ ਜਾ ਕੇ। ਜਿੰਨਾ ਮਰਜ਼ੀ ਕਸ਼ਟ ਆਵੇ। ਇੱਦਾਂ ਹੀ ਇਹ ਜਿਹੜਾ ਮਨੁੱਖ ਹੈ, ਇਹਦਾ ਮੂਲ ਕੀ ਹੈ? ਵਾਹਿਗੁਰੂ ਪਰਮੇਸ਼ਰ, ਉਹ ਹੈ ਨਿੱਜ ਘਰ, ਨਿੱਜ ਆਸਣ ਜਿਹਨੂੰ ਕਹਿ ਦਿੰਦੇ। ਜਿੰਨਾ ਚਿਰ ਇਹ ਉੱਥੇ ਨਹੀਂ ਨਾ ਪਹੁੰਚਦਾ, ਉਹਨਾਂ ਚਿਰ ਇਹਨੂੰ ਅਬਨਾਸੀ ਸੁੱਖ ਨਹੀਂ ਪ੍ਰਾਪਤ ਹੁੰਦਾ। ਜਿਹਨੂੰ ਮਹਾਰਾਜ ਸੁਖਮਨੀ ਸਾਹਿਬ 'ਚ ਲਿਖਦੇ, ਅਬਨਾਸੀ ਸੁੱਖ ਆਪਨ ਆਸਨ। ਤਾਂ ਮਹਾਰਾਜ ਕਲਗੀਧਰ ਕਹਿੰਦੇ, ਆਸਨ ਅਭੰਗ, ਆਪਣਾ ਸਰੂਪ ਵੀ ਨਾਸ ਤੋਂ ਰਹਿਤ ਹੈ। ਆਤਮਾ ਜਿਹੜੀ ਹੈ ਉਹ ਨਾਸ ਤੋਂ ਰਹਿਤ ਹੈ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਆਸਣ ਕਿਹਨੂੰ ਮੰਨਿਆ ਗਿਆ ਹੈ? ਤਾਂ ਗੁਰਬਾਣੀ ਦੇ ਵਿੱਚ ਜਿਹੜੀ ਸੰਤਾਂ ਦੀ ਸਭਾ ਹੈ, ਸੰਤਾਂ ਦਾ ਸੰਗ ਹੈ, ਇਹਨੂੰ ਵੀ ਆਸਣ ਮੰਨਿਆ ਗਿਆ ਹੈ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰਾਂਗੇ ਤਾਂ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਹੁਣ ਉਦਾਹਰਣ ਦੇ ਤੌਰ 'ਤੇ ਆ ਸਾਡੇ ਭੈਣ ਭਰਾ ਕਦੋਂ ਵਧਾਈ ਦਿੰਦੇ ਆ? ਜਦੋਂ ਵਿਆਹ ਹੋਵੇ ਜੀ, ਵਧਾਈ ਹੋਵੇ। ਕੋਈ ਕੰਮ ਬਣ ਜੇ ਜੀ, ਵਧਾਈ ਹੋਵੇ। ਨਵਾਂ ਕੰਮ ਸ਼ੁਰੂ ਕਰੀਏ, ਵਧਾਈ ਹੋਵੇ। ਜਨਮ ਹੋਵੇ, ਵਧਾਈ ਹੋਵੇ। ਪਰ ਗੁਰਬਾਣੀ ਕਦੋਂ ਵਧਾਈ ਦਿੰਦੀ ਹੈ? ਕਦੀ ਸੋਚਿਆ? ਗੁਰਬਾਣੀ ਕਹਿੰਦੀ ਵਧਾਈ ਉਹਨੂੰ ਆ ਜਿਹਨੂੰ ਸਤਿਗੁਰੂ ਮਿਲਿਆ। ਆਪਾਂ ਰੋਜ਼ ਪੜ੍ਹਦੇ ਹਾਂ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਇਹ ਮਹਾਂਪੁਰਸ਼ਾਂ ਦਾ ਸੁਭਾਅ ਸੀ। ਉਹ ਜਦੋਂ ਕਿਸੇ ਨੇ ਅੰਮ੍ਰਿਤ ਛਕ ਕੇ ਆਉਣਾ ਸੰਤਾਂ ਪਾਸ, ਤਾਂ ਸੰਤ ਉਹਨੂੰ ਵਧਾਈ ਦੇਣੀ, ਸਰੋਪਾ ਦੇਣਾ, ਇਹ ਗੁਰੂ ਵਾਲਾ ਬਣਿਆ।
ਤਾਂ ਅਸਲੀ ਵਧਾਈ ਤੇ ਮਹਾਰਾਜ ਦੀ ਪ੍ਰਾਪਤੀ ਕਰਕੇ ਆ। ਬਾਕੀ ਵਧਾਈਆਂ ਤੇ ਬਾਅਦ ਚ ਜਿਹੋ ਜੀਆਂ ਹੁੰਦੀਆਂ ਪਤਾ ਹੀ ਆ ਸਾਰਿਆਂ ਨੂੰ। ਤਾਂ ਇਹ ਕੀ ਆ? ਗੁਰਬਾਣੀ ਦੇ ਸੁੰਦਰ ਰਤਨ ਵਿਚਾਰ। ਤਾਂ ਗੁਰਬਾਣੀ ਮੁਤਾਬਕ ਆਸਣ ਕਿਹਨੂੰ ਮੰਨਿਆ ਗਿਆ? ਆਸਣ ਭੰਗ। ਤਾਂ ਗੁਰਬਾਣੀ ਕਹਿੰਦੀ ਹੈ ਸੰਤ ਮੰਡਲ ਕਾ ਨਿਹਚਲ ਆਸਣ। ਸੰਤਾਂ ਦੀ ਸੰਗਤ ਨੂੰ ਵੀ ਆਸਣ ਮੰਨਿਆ ਗਿਆ ਜਿਹੜਾ ਕਦੀ ਨਹੀਂ ਖਤਮ ਹੋਣਾ। ਭਾਵ ਸਾਧ ਸੰਗਤ ਵੀ ਅਮਰ ਰਹੇਗੀ। ਤੇ ਸਾਧ ਸੰਗਤ ਦੀ ਕਿੱਡੀ ਵੱਡੀ ਵਡਿਆਈ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਰੱਬ ਵਸਦਾ ਹੈ। ਐਵੇਂ ਰੱਬ ਨੂੰ ਭਾਲਣ ਵਾਸਤੇ ਕੋਈ ਇੱਧਰ ਉੱਧਰ ਜਾਵੇ, ਮਹਾਰਾਜ ਕਿੱਥੇ ਰਹਿੰਦੇ ਨੇ? ਸੰਗਤ ਦੇ ਵਿੱਚ ਰਹਿੰਦੇ ਹਨ। ਤਾਂ ਗੁਰਬਾਣੀ ਮੁਤਾਬਕ ਸਾਧ ਸੰਗਤ ਕੋਟ ਅਪਰਾਧ ਸਾਧ ਸੰਗ ਮਿਟੇ। ਜੇ ਕੁਝ ਵੀ ਨਾ ਹੋਵੇ ਤੇ ਮਹਾਂਪੁਰਸ਼ ਕੀ ਕਹਿੰਦੇ ਨੇ, ਸਿਆਣੇ ਗੁਰਸਿੱਖ ਕੀ ਕਹਿੰਦੇ ਆ? ਜੇ ਕੁਝ ਵੀ ਨਾ ਹੋਵੇ 5 ਮਿੰਟ ਗੁਰਦੁਆਰੇ ਜਾ ਕੇ ਬਹਿ ਜਾ ਕਰੋ। ਕੁਝ ਨਹੀਂ ਘਾਸ ਚੱਲਿਆ। ਪਾਠ ਬਣਾ ਹੋਵੇ, ਸੇਵਾ ਨਾ ਹੋਵੇ, 5 ਮਿੰਟ ਬਹਿ ਹੀ ਜਾਇਆ ਕਰੋ ਗੁਰਦੁਆਰੇ ਜਾ ਕੇ। ਏਡੀ ਵੱਡੀ ਤਾਕਤ ਹੈ। ਕੋਟ ਅਪਰਾਧ ਸਾਧ ਸੰਗ ਮਿਟੇ। ਸਾਧ ਸੰਗਤ ਦੀ ਤਾਕਤ ਕੀ ਹੈ? ਕਰੋੜਾਂ ਅਪਰਾਧ ਜਿਹੜੇ ਹੈ ਉਹ ਮੇੜ ਦਿੰਦੀ ਹੈ। ਇੱਕ ਬੜੇ ਵੱਡੇ ਵਿਦਵਾਨ ਪੁਰਸ਼ ਹੋਏ ਨੇ, ਸੰਤ ਪੁਰਸ਼ ਹੋਏ ਨੇ, ਔਰ ਉਹਨਾਂ ਨੂੰ ਧਾਰਮਿਕ ਗ੍ਰੰਥਾਂ ਵਿੱਚ ਭਗਵਾਨ ਦੀ ਪਦਵੀ ਦੇ ਕੇ ਸਤਿਕਾਰ ਦਿੱਤਾ ਜਾਂਦਾ ਹੈ। ਉਹਨਾਂ ਦਾ ਨਾਮ ਭਗਵਾਨ ਸ੍ਰੀ ਸ਼ੰਕਰਾਚਾਰਿਆ ਕਹਿ ਕੇ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਉਹਨਾਂ ਨੇ ਨਾ ਇੱਕ ਸ਼ਬਦ ਲਿਖਿਆ ਹੈ ਤੇ ਹੈ ਬੜਾ ਸੁੰਦਰ ਤੇ ਸੰਸਕ੍ਰਿਤ ਦੇ ਵਿੱਚ ਹੈ, ਭਜ ਗੋਬਿੰਦਮ ਮੂੜ ਮਤੇ। ਮੂਰਖਾ ਗੋਬਿੰਦ ਦਾ ਨਾਮ ਜਪ ਲੈ ਜਪਿਆ ਜਾਂਦਾ ਹੈ। ਉਹ ਕੋਈ ਬ੍ਰਾਹਮਣ ਸੀ ਬਿਰਧ, ਤੇ ਉਹ ਸੰਸਕ੍ਰਿਤ ਵਿਆਕਰਣ ਦੇ ਸੂਤਰ ਯਾਦ ਕਰਦਾ ਪਿਆ ਸੀ। ਅੱਜ ਵੀ ਕਿਸੇ ਨੇ ਕਿਸੇ ਸੰਸਕ੍ਰਿਤ ਕਾਲਜ ਦੇ ਵਿੱਚ ਦਾਖਲਾ ਲੈਣਾ ਹੋਵੇ ਤਾਂ ਉਹਨੂੰ ਵਿਆਕਰਣ ਦਾ 1000 ਸੂਤਰ ਜ਼ਬਾਨੀ ਚੇਤੇ ਕਰਨਾ ਪੈਂਦਾ। ਆ ਸਾਡੇ ਵਾਲੇ ਇਤਿਹਾਸਾਂ ਦੀ ਵਾਰ ਦੀ ਇੱਕ ਤੋਂ ਕੀ ਚੇਤੇ ਕਰਕੇ ਗਿਆਨੀਆਂ ਨੂੰ ਟਿਕਣ ਹੀ ਨਹੀਂ ਦਿੰਦੇ। ਖਾਣਾ ਪੀਣਾ ਸਭ ਪਵਿੱਤਰ ਹੈ, ਹੋਰ ਤਾਂ ਇਹਨਾਂ ਨੂੰ ਚੇਤੇ ਹੀ ਨਹੀਂ ਹੋਈ ਸਾਰੀ। ਇਹ ਇਹਨਾਂ ਨੂੰ ਚੇਤੇ ਹੁੰਦੀ ਹੈ। ਖਾਣਾ ਪੀਣਾ ਪਵਿੱਤਰ ਹੈ, ਦਤੂਨ ਰਿਜਕ ਸੰਭਾਹੇ। 1000 ਸੂਤਰ ਜ਼ਬਾਨੀ ਚੇਤੇ ਕਰੇ ਤੇ ਉਹਨੂੰ ਦਾਖਲਾ ਦੇ ਦਿੰਦੇ ਆ। ਤਾਂ ਇੱਕ ਬਿਰਧ ਬ੍ਰਾਹਮਣ ਵਿਆਕਰਣ ਦਾ ਸੂਤਰ ਚੇਤੇ ਕਰਦਾ ਪਿਆ। ਵਿਦਵਾਨ ਪੁਰਸ਼ ਸੀ, ਵਿਦਿਆ ਨਾਲ ਪਿਆਰ ਸੀ, ਪਰ ਬੁੱਢਾ ਹੋਇਆ, ਲੱਕ 'ਚ ਕੁੱਬ ਪਿਆ, ਵਾਲ ਸਾਰੇ ਚਿੱਟੇ ਹੋਏ, ਦੰਦ ਮੂੰਹ ਦੇ ਵਿੱਚ ਹੈ ਨਹੀਂ, ਖੂੰਡੀ ਦੇ ਨਾਲ ਉਹ ਤੁਰਦਾ, ਅੱਖਾਂ 'ਚ ਗੋਡੇ ਗੋਡੇ ਗਿੱਡ ਆਈ ਹੈ, ਪਾਣੀ ਵਗੀ ਜਾਂਦਾ ਹੈ, ਦੀਂਦਾ ਚੰਗੀ ਤਰ੍ਹਾਂ ਹੈ ਨਹੀਂ, ਤੇ ਵਿਆਕਰਣ ਦਾ ਸੂਤਰ ਚੇਤੇ ਕਰੇ। ਤਾਂ ਮਹਾਰਾਜ ਜੀ ਉੱਧਰ ਕਿਤੇ ਵਿਚਰਦੇ ਆ ਗਏ ਭਗਵਾਨ ਸ੍ਰੀ ਸ਼ੰਕਰਾਚਾਰਿਆ ਜੀ। ਉਹਨਾਂ ਫਿਰ ਇੱਕ ਸ਼ਬਦ ਉਚਾਰਨ ਕੀਤਾ, ਭਜ ਗੋਵਿੰਦਮ ਮੂੜ ਮਤੇ। ਉਹਨਾਂ ਬੜਾ ਸੋਹਣਾ ਲਿਖਿਆ। ਉਹ ਲਿਖਦੇ ਨੇ, ਅੰਗਮ ਗਲਤਮ ਪਲਤਮ ਮੁੰਡਮ ਦਸਨ ਵਿਹੀਨਮ ਜਾਤਮ ਤੁੰਡਮ ਵਿਦਰੋ ਜਾਤੀ ਗ੍ਰੀਹਤੀ ਵਾ ਦੰਡਮ ਤਦਪੀ ਨਾ ਮੰਚੀ ਆਸ਼ਾ ਪਿੰਡਮ। ਸਰੀਰ ਗਲ ਗਿਆ, ਕੁੱਬ ਨਿਕਲ ਆਇਆ, ਅੱਖਾਂ ਤੋਂ ਦੀਂਦਾ ਨਹੀਂ, ਕੰਨਾਂ ਤੋਂ ਸੁਣਦਾ ਨਹੀਂ, ਮੂੰਹ 'ਚ ਕੋਈ ਦੰਦ ਨਹੀਂ ਰਿਹਾ, ਪਰ ਵਾਸ਼ਨਾ ਨਹੀਂ ਮਰੀ, ਲਾਲਚ ਨਹੀਂ ਮਰਿਆ, ਲੋਭ ਨਹੀਂ ਮਰਿਆ ਵੀ ਵਿਆਕਰਣ ਚੇਤੇ ਕਰ ਲਾਂ ਤੇ ਦੂਜਿਆਂ ਨੂੰ ਹਰਾਵਾਂ। ਬੁੱਢੇ ਹੋਏ ਦਾ ਵੀ ਜਿਹੜੀ ਉਮਰ, ਉਹ ਕਹਿੰਦੇ ਇਹ ਉਮਰ ਹੁਣ ਵਿਆਕਰਣ ਚੇਤੇ ਕਰਨ ਦੀ ਆ ਕਿ ਗੋਬਿੰਦ ਦਾ ਨਾਮ ਜਪਣ ਦੀ। ਭਜ ਗੋਬਿੰਦਮ ਮੂੜ ਮਤੇ।
ਹੁਣ ਤੇ ਮੜੀਆਂ 'ਚ ਲੱਤਾਂ ਨੇ, ਹੁਣ ਗੋਬਿੰਦ ਦਾ ਨਾਮ ਜਪ ਕੇ ਵਿਆਕਰਨ ਪੜ੍ਹਨੀ ਹੈ। ਤਾਂ ਉਹ ਜਿਹੜਾ ਸ਼ਬਦ ਆ ਨਾ, ਭਜ ਗੋਬਿੰਦ ਮੂੜ ਮਤੇ, ਕਾਫੀ ਲੰਮਾ ਹੈ। ਉਹਦੇ ਵਿੱਚ ਸ਼੍ਰੀ ਸ਼ੰਕਰਾਚਾਰੀਆ ਜੀ ਸਤ ਸੰਗ ਦੀ ਮਹਿਮਾ ਕਰਦੇ ਆ। ਆਪਾਂ ਅਰਥ ਕਰਦੇ ਪਏ ਆ, ਆਸਨ ਭੰਗ ਸੰਤ ਜਨਾਂ ਕਾ ਨਿਹਚਲ ਆਸਨ। ਉਹ ਲਿਖਦੇ ਨੇ ਵੀ ਸਤ ਸੰਗਤਵੇ ਨਿਸ ਸੰਗਤਵਮ। ਸਤ ਸੰਗਤ ਦੇ ਨਾਲ ਕੀ ਹੁੰਦਾ ਹੈ? ਵਿਰਾਗ ਪੈਦਾ ਹੁੰਦਾ ਹੈ। ਨਿਸ ਸੰਗਤਵੇ ਨਿਰਮੋਹਤਵਮ, ਤੇ ਵਿਰਾਗ ਤੋਂ ਕੀ ਪੈਦਾ ਹੁੰਦਾ ਹੈ? ਨਿਰਮੋਹ ਵਿਵੇਕ ਪੈਦਾ ਹੁੰਦਾ ਹੈ। ਨਿਰਮੋਹਤਵੇ ਨਿਸ਼ਚਲਤਵਮ, ਤੇ ਜਿਹਦਾ ਮੋਹ ਟੁੱਟ ਗਿਆ ਉਹ ਨਿਸ਼ਚਲ ਹੋ ਜਾਂਦਾ ਹੈ, ਤੱਤਵ ਗਿਆਨ ਨੂੰ ਪ੍ਰਾਪਤ ਹੁੰਦਾ ਹੈ। ਤੇ ਨਿਸ਼ਚਲ ਤੱਤਵੇ ਜੀਵਨ ਮੁਕਤੀ, ਤੇ ਜਿਹਨੂੰ ਤੱਤਵ ਗਿਆਨ ਹੋ ਗਿਆ ਉਹ ਜੀਵਨ ਮੁਕਤ ਹੋ ਜਾਂਦਾ ਹੈ। ਇਹ ਸਾਰੀ ਦਾਤ ਕਿੱਥੋਂ ਮਿਲਦੀ ਹੈ? 5 ਮਿੰਟ ਸਤ ਸੰਗ 'ਚ ਬਹਿ ਜਾ ਕੇ, ਗੁਰਦੁਆਰੇ ਜਾ ਕੇ ਬਹਿ ਤੇ ਸਹੀ 5 ਮਿੰਟ। ਤਾਂ ਗੁਰਬਾਣੀ ਵਿੱਚ ਵੀ ਲਿਖਿਆ ਬੜਾ ਸੌਖੇ ਸ਼ਬਦਾਂ 'ਚ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਸ ਕਰਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਜਿਹੜਾ ਸਤ ਸੰਗਤ ਰੂਪੀ ਆਸਣ ਆ, ਤਖਤ ਆ, ਸਿੰਘਾਸਣ ਆ, ਜਿੱਥੇ ਤੁਸੀਂ ਬਹਿੰਦੇ ਹੋ, ਕਿ ਰੱਬ ਕਿੱਥੇ ਆ? ਸੰਗਤ ਵਿੱਚ। ਉਹ ਵੀ ਅਭੰਗ ਨਾਸ ਤੋਂ ਰਹਿਤ ਹੈ। ਉਪਮਾ ਅਨੰਗ, ਤੇ ਉਪਮਾ ਅਨ ਅੰਗ, ਜਿਹੜਾ ਆਪ ਜੀ ਦਾ ਸਰੀਰ ਹੈ, ਹਸਤੀ ਹੈ, ਵਜੂਦ ਹੈ, ਹੋਂਦ ਹੈ, ਆਪ ਜੀ ਦਾ ਸਰੀਰ ਅੰਗਾਂ ਵਾਲਾ ਤੇ ਹੈ ਨਹੀਂ। ਕਿਉਂ? ਇੱਥੇ ਜਿਹੜੇ ਰੱਬ ਦੀ ਗੱਲ ਚੱਲਦੀ ਪਈ ਆ, ਉਹ ਆ ਜੋਤ ਰੂਪ, ਜਿਹੜਾ ਹਰ ਥਾਂ ਤੇ ਬਿਰਾਜਮਾਨ। ਆਪ ਜੀ ਦਾ ਜਿਹੜਾ ਸਰੂਪ ਹੈ ਉਹ ਅੰਗਾਂ ਤੋਂ ਰਹਿਤ ਹੈ। ਉਹਦੀ ਕੀ ਕੋਈ ਉਪਮਾ ਕਰੂਗਾ, ਜਾਂ ਕਿੰਨੀ ਕੁ ਕੋਈ ਉਪਮਾ ਕਰ ਲਵੇਗਾ? ਜਾਂ ਫਿਰ ਅਨੰਗ ਦਾ ਅਰਥ ਹੁੰਦਾ ਹੈ ਕਾਮਦੇਵ। ਦੁਨੀਆ ਦੇ ਵਿੱਚ ਸਭ ਤੋਂ ਸੋਹਣਾ ਕਾਮ ਮੰਨਿਆ ਗਿਆ, ਕਾਮਦੇਵ। ਹੇ ਅਕਾਲ ਪੁਰਖ ਜੀ, ਤੇਰੀ ਸੁੰਦਰਤਾ ਉੱਪਰ ਇਹੀ ਉਪਮਾ ਵਾ ਕਿ ਅਨੰਗ ਤੂੰ ਕਰੋੜਾਂ ਅਨੰਗ ਕਾਮ ਦੇਵਾਂ ਤੋਂ ਵੀ ਸੁੰਦਰ ਹੈ। ਅਨੂਪ ਰਾਜ ਰਾਜਿਅੰਗ ਨਿਹਾਰ ਕਾਮ ਲਾਜਿਅੰਗ। ਕਾਮਦੇਵ ਵੀ ਆਪ ਜੀ ਨੂੰ ਵੇਖ ਕੇ ਸ਼ਰਮਿੰਦਾ ਹੁੰਦਾ ਹੈ। ਆਪ ਜੀ ਦੀ ਐਸੀ ਸੁੰਦਰਤਾ ਹੈ। ਜਾਂ ਫਿਰ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਜਿਹੜੇ ਤੇਰੇ ਅੰਗ ਨੇ ਉਹ ਉਪਮਾ ਤੋਂ ਅਨ ਰਹਿਤ ਹਨ। ਕਿਉਂ? ਜੇ ਤਾਂ ਆਪ ਜੀ ਦੇ ਕੋਈ ਬਰਾਬਰ ਹੋਵੇ, ਜਿਵੇਂ ਮਾਈਆਂ ਕਹਿੰਦੀਆਂ ਹੁੰਦੀਆਂ ਮੇਰਾ ਪੁੱਤ ਚੰਦ ਵਰਗਾ, ਪੁੱਤ ਦੇ ਬਰਾਬਰ ਕੀ ਲੈਣ ਦਾ ਚੰਦ। ਉੱਥੇ ਕੋਈ ਤਰਕ ਵਾਲਾ ਬੰਦਾ ਆ ਗਿਆ, ਉਹ ਕਹਿੰਦਾ ਮਾਈ ਤੇਰਾ ਦਿਮਾਗ ਖਰਾਬ ਤਾਂ ਨਹੀਂ ਹੋਏਗਾ, ਚੰਦ ਤੇ ਹਜ਼ਾਰਾਂ ਹੀ ਕਿਲੋਮੀਟਰ ਦੂਰ ਆ ਧਰਤੀ ਤੋਂ। ਤਾਂ ਉੱਥੇ ਸਿਆਣੇ ਬੰਦੇ ਨੂੰ ਪਤਾ ਕੀ ਆ, ਇਹ ਆ ਭਗਤੀ ਭਾਵਨਾ, ਇਹ ਭਾਵ ਆ ਨਾ, ਭਗਤੀ ਆ ਵੀ ਮੇਰਾ ਪੁੱਤ ਚੰਦ ਵਰਗਾ ਸੋਹਣਾ। ਹੁਣ ਪਤਾ ਤੇ ਹੈ ਹੀ ਆ ਵੀ ਚੰਦ ਤੇ ਬੜੀ ਦੂਰ ਆ। ਜਾਂ ਜਿਵੇਂ ਗੁਰਬਾਣੀ ਦੇ ਵਿੱਚ ਵੀ ਭਗਤੀ ਦੀਆਂ ਲਾਈਨਾਂ ਬੜੀਆਂ ਸੁੰਦਰ ਆਉਂਦੀਆਂ ਨਾ, ਵੀ ਹੇ ਪਰਮੇਸ਼ਰ ਜੀ, ਤੇਰੀ ਹਾਥੀ ਵਰਗੀ ਚਾਲ ਆ। ਹੁਣ ਰੱਬ ਹਾਥੀ ਬਣ ਗਿਆ? ਪੁੱਛੋ ਇਹਨਾਂ ਨੂੰ, ਤਰਕ ਕਰਨ ਵਾਲਿਆਂ ਨੂੰ ਪੁੱਛ, ਫਿਰ ਅਰਥ ਕੀ ਬਣਿਆ ਤਰਕ ਕਰੀਏ ਤੇ। ਇੱਥੇ ਕੀ ਆ? ਭਗਤੀ। ਵੀ ਤੇਰੀ ਕੋਇਲ ਵਰਗਾ ਗਲ, ਸੋਹਣੇ ਤੇਰੇ ਬੋਲ, ਹਾਥੀ ਵਰਗੀ ਤੇਰੀ ਚਾਲ। ਇਹਨੂੰ ਕੀ ਕਹਿੰਦੇ? ਭਾਵਨਾ। ਭਾਵਨਾ ਤੇ ਤਰਕ ਦੋਵੇਂ ਨਹੀਂ ਟਿਕਣਗੇ। ਤਾਂ ਇਸ ਕਰਕੇ ਮਹਾਰਾਜ ਕੀ ਕਹਿੰਦੇ ਨੇ ਕਿ ਜੇ ਤਾਂ ਵਾਹਿਗੁਰੂ ਪਰਮੇਸ਼ਰ ਜੀ ਤੇਰੇ ਵਰਗਾ ਕੋਈ ਹੋਵੇ ਤੇ ਫੇਰ ਹੀ ਕਹੀਏ ਨਾ ਰੱਬ ਫਲਾਨੇ ਵਰਗਾ ਵਾ, ਜਿੱਡਾ ਸੋਹਣਾ ਫਲਾਨਾ ਵਾ ਓਡਾ ਰੱਬ।
ਪਰ ਗੁਰਬਾਣੀ ਵਿੱਚ ਭਗਤ ਰਵਿਦਾਸ ਜੀ ਕੀ ਕਹਿੰਦੇ ਨੇ, ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀਜ। ਜਿਹੋ ਜੇ ਵਾਹਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਆਪ ਹੋ, ਉੱਦਾਂ ਦੇ ਤੁਸੀਂ ਹੋ, ਹੋਰ ਕੋਈ ਉਪਮਾ ਨਹੀਂ ਦਿੱਤੀ ਜਾ ਸਕਦੀ ਹੈ। ਤਾਂ ਸਤਿਗੁਰੂ ਮਹਾਰਾਜ ਕੀ ਫਰਮਾਉਂਦੇ ਹਨ, ਉਪਮਾ ਅਨੰਗ। ਹੇ ਅਕਾਲ ਪੁਰਖ ਜੀ, ਆਪ ਜੀ ਦੀ ਉਪਮਾ ਅਨ ਰਹਿਤ ਸੁੰਦਰਤਾ ਵਾਲੇ ਹੋ। ਦੁਨਿਆਵੀ ਲੋਕ ਆਪ ਜੀ ਦੀ ਕੋਈ ਵੀ ਵਿਆਖਿਆ ਆਪਣੀ ਮੱਤ ਦੁਆਰਾ ਆਪ ਜੀ ਦੀ ਸੁੰਦਰਤਾ ਦਾ ਅੰਤ ਨਹੀਂ ਪਾ ਸਕਦੇ। ਅਨਭਉ ਪ੍ਰਕਾਸ਼। ਅਨਭਉ ਪ੍ਰਕਾਸ਼, ਜਿਹਨੂੰ ਆਪਾਂ ਆਮ ਭਾਸ਼ਾ 'ਚ ਕਹਿ ਦਿੰਦੇ ਅਨਭਵ, ਨਿੱਜੀ ਤਜਰਬਾ, ਨਿੱਜੀ ਪ੍ਰੈਕਟੀਕਲ, ਕਿਸੇ ਦਾ ਨਹੀਂ। ਆਪ ਕਰੋਗੇ ਤੇ ਪਤਾ ਲੱਗਣਾ। ਪ੍ਰਕਾਸ਼ ਮੈਨੇ ਗਿਆਨ। ਤਾਂ ਪਰਮਾਤਮਾ ਦਾ ਜਿਹੜਾ ਗਿਆਨ ਹੈ ਇਹ ਨਿੱਜੀ ਤਜਰਬਾ ਹੈ, ਇਹ ਕੋਈ ਕਿਸੇ ਦੂਜੇ ਨੂੰ ਨਹੀਂ ਦੇ ਸਕਦਾ। ਮੰਨ ਲਓ ਜੇ ਕਿਸੇ ਨੇ ਗੁੜ ਖਾਧਾ ਹੈ ਤੇ ਸਵਾਦ ਉਹਨੂੰ ਹੀ ਆਉਣਾ, ਉਹ ਸਵਾਦ ਦੂਜੇ ਨੂੰ ਨਹੀਂ ਦੇ ਸਕਦਾ। ਹਾਂ, ਦੂਜੇ ਨੂੰ ਕਹਿ ਸਕਦਾ ਵੀ ਤੂੰ ਖਾ ਲਾ, ਤੈਨੂੰ ਪਤਾ ਲੱਗ ਜਾਊਗਾ ਗੁੜ ਦਾ ਸਵਾਦ ਕੀ ਹੈ। ਜਿਉਂ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜੇ ਕੋਈ ਪੁੱਛੇ ਕਿ ਰੱਬ ਦਾ ਸਵਾਦ ਕਿੱਦਾਂ ਦਾ ਹੈ, ਰੱਬ ਦਾ ਦਰਸ਼ਨ ਕਿੱਦਾਂ ਦਾ ਹੈ, ਤਾਂ ਇਹਦੇ ਵਿੱਚ ਸਭ ਤੋਂ ਵੱਡਾ ਪ੍ਰਮਾਣ ਕੀ ਆ? ਅਨੁਭਵ। ਤਾਂ ਅਨੁਭਵ ਪ੍ਰਕਾਸ਼, ਜਿਹਨੂੰ ਪਰਮੇਸ਼ਰ ਮਿਲਦਾ ਉਹੋ ਹੀ ਜਾਣਦਾ ਹੈ। ਹੇ ਅਕਾਲ ਪੁਰਖ ਜੀ, ਜਾਂ ਅਨੁਭਵ ਸੁਤੇ ਪ੍ਰਕਾਸ਼ ਹੋ, ਆਪਣੇ ਆਪ ਤੋਂ ਪ੍ਰਗਟ ਹੋਣ ਵਾਲੇ ਹੋ। ਜਾਂ ਅਨਭਉ ਭਉ ਮੈਨੇ ਭੈ ਡਰ ਤੋਂ ਅਨ ਰਹਿਤ ਤੇ ਪ੍ਰਕਾਸ਼ ਸਰੂਪ ਹੋ। ਗੁਰਬਾਣੀ ਦੇ ਵਿੱਚ ਜਿਹੜਾ ਪਰਮੇਸ਼ਰ ਦਾ ਗਿਆਨ ਦੱਸਿਆ ਗਿਆ ਹੈ, ਉਹਦੇ ਬਾਰੇ ਮਹਾਰਾਜ ਫਰਮਾਉਂਦੇ ਨੇ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਉਹ ਸੂਖਮ ਸਰੂਪ ਹੈ। ਹੁਣ ਇਹਨੂੰ ਕੌਣ ਕੋਈ ਕਿਸੇ ਨੂੰ ਦਿਖਾ ਸਕਦਾ ਹੈ? ਇਸ ਕਰਕੇ ਜਿਹਨੂੰ ਇਹ ਪਰਮੇਸ਼ਰ ਵਾਹਿਗੁਰੂ ਮਿਲਿਆ ਹੈ ਉਹੋ ਹੀ ਜਾਣਦਾ ਹੈ। ਹੋਰ ਕਿਸੇ ਨੂੰ ਇਹ ਕੋਈ ਦੱਸਣ ਵਾਲੀ, ਵਿਖਾਵੇ ਵਾਲੀ, ਪਖੰਡ ਵਾਲੀ ਗੱਲ ਨਹੀਂ ਹੈ। ਜਾਂ ਫਿਰ ਅਨਭਉ ਪ੍ਰਕਾਸ਼। ਅਨੁਭਵ ਕਿਹਨੂੰ ਕਹਿੰਦੇ? ਆਤਮ ਵਿਸ਼ੈਣੀ ਬੁੱਧੀ ਨੂੰ। ਸ਼ੁੱਧ ਬੁੱਧੀ ਕਰਕੇ ਉਹਦਾ ਪ੍ਰਕਾਸ਼ ਹੁੰਦਾ ਹੈ। ਜਿਵੇਂ ਸਾਫ ਸ਼ੀਸ਼ਾ ਹੋਵੇ ਫੇਰ ਹੀ ਸ਼ਕਲ ਦਿਖਦੀ ਹੈ। ਮਨ ਸਾਫ ਹੋਵੇਗਾ, ਬੁੱਧੀ ਦਾ ਟਿਕਾ ਹੋਵੇਗਾ, ਤਾਂ ਫੇਰ ਉਹ ਪਕੜ ਦੇ ਵਿੱਚ ਆਉਂਦਾ ਹੈ। ਮਲਨ ਬੁੱਧੀ ਵਾਲੇ ਨੂੰ ਆਤਮ ਗਿਆਨ ਨਹੀਂ ਹੁੰਦਾ। ਇਸ ਕਰਕੇ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ, ਸਰਲ ਭਾਸ਼ਾ, ਸਰਲ ਵਸਤਰ, ਸਰਲ ਅਰਥ ਮੈਂ ਮਾਨ, ਤੁਰਸੀ ਸਰਲ ਸੰਤ ਜਨ ਜਾਏ ਕਰੇ ਪਹਿਚਾਨ। ਬਿਲਕੁਲ ਸਾਫ਼ ਹੋਣਾ ਪੈਂਦਾ। ਜਿੱਥੋਂ ਬਾਹਰੋਂ ਵਸਤਰ ਵੀ ਸਾਫ਼, ਉੱਥੇ ਭਾਸ਼ਾ ਵੀ ਸਾਫ਼, ਸਰਲ, ਸਿੱਧੀ। ਕੋਈ ਵਲ ਛਲ ਨਹੀਂ, ਕੋਈ ਧੋਖਾ ਨਹੀਂ, ਕੋਈ ਛਲ ਨਹੀਂ, ਕੋਈ ਕਪਟ ਨਹੀਂ। ਸਾਧੂ ਲੋਕ ਦਾ ਅਰਥ ਹੀ ਇਹ ਬਣਦਾ। ਸਾਧਾਂ ਦਾ ਅਰਥ ਕੀ ਹੋਇਆ? ਜਿਹੜੇ ਸਾਦੇ ਆ, ਸਰਲ ਆ, ਬਿਲਕੁਲ ਸਾਫ਼ ਆ, ਬਿਲਕੁਲ ਕੋਈ ਵਲ ਛਲ ਨਹੀਂ। ਤਾਂ ਜਿਹੜੇ ਐ ਸਾਫ਼ ਹੋ ਚੁੱਕੇ, ਜਿਨ੍ਹਾਂ ਦੇ ਮਨ ਬੁੱਧੀ, ਉਹਨਾਂ ਨੂੰ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਉਹਨਾਂ ਨੂੰ ਪ੍ਰਕਾਸ਼ ਜਿਹੜਾ ਹੈ ਉਹ ਪਰਮੇਸ਼ਰ ਜੀ ਦਾ ਮੰਨਿਆ ਜਾਂਦਾ ਹੈ। ਮਨ ਬੁੱਧੀ ਕਿਸ ਤਰ੍ਹਾਂ ਸਾਫ਼ ਹੋਣ, ਇਹ ਵੀ ਲਿਖਿਆ ਧਾਰਮਿਕ ਗ੍ਰੰਥਾਂ ਦੇ ਵਿੱਚ। ਮਨ ਕਿੱਦਾਂ ਟਿਕੇ, ਬੁੱਧੀ ਕਿੱਦਾਂ ਟਿਕੇ, ਸਾਫ਼ ਹੋਵੇ। ਤਾਂ ਉਹ ਲਿਖਦੇ ਨੇ ਵੀ ਇਹਦੇ ਵਾਸਤੇ ਭਗਤੀ ਦੇ ਸ਼ਿੰਗਾਰ ਕਰਨੇ ਪੈਂਦੇ। ਸ਼ਰਧਾ ਹੀ ਫਲੇਲ ਔਰ ਉਬਟਨੋ ਸ਼ਰਵਣ ਕਥਾ।
ਮਨ ਤੇ ਬੁੱਧੀ ਸਾਫ਼ ਕਰਨ ਨੂੰ, ਮਨ ਕਹਿ ਲਓ ਬੁੱਧੀ ਕਹਿ ਲਓ, ਸਾਫ਼ ਕਰਨ ਵਾਸਤੇ ਕੀ ਕਰਨਾ? ਸ਼ਰਧਾ ਹੀ ਫਲੇਲ ਔਰ ਉਪਟਨੋ ਸ਼ਰਵਣ ਕਥਾ। ਵਟਣਾ ਮਲਦੇ ਨਾ ਨਹਾਉਣ ਲੱਗਿਆ, ਜਿਹੜਾ ਕਥਾ ਦਾ ਸੁਣਨਾ ਇਹ ਵਟਣਾ ਮਲਣਾ ਹੈ, ਉਪਟਨੋ ਸ਼ਰਵਣ ਕਥਾ। ਤੇ ਵਟਣੇ ਨਾਲ ਮੈਲ ਲੈਂਦੀ ਆ ਸਰੀਰ ਦੀ। ਇੱਧਰ ਕਿਹਦੀ ਮੈਲ ਲਾਉਣੀ? ਮੈਲ ਅਭਿਮਾਨ ਅੰਗ ਅੰਗਨ ਛੁਡਾਈਏ। ਹਉਮੈ ਕਿੱਥੋਂ ਉਪਜੈ? ਇਹ ਬੜਾ ਕਮਾਲ ਦਾ ਸਵਾਲ ਕੀਤਾ। ਮੈਲ ਅਭਿਮਾਨ ਅੰਗ ਅੰਗਨ ਛੁਡਾਈਏ। ਆਸਾ ਦੀ ਵਾਰ ਦੇ ਵਿੱਚ ਮਹਾਰਾਜ ਜੀ ਨੇ ਸਵਾਲ ਕੀਤਾ ਨਾ, ਹਉਮੈ ਦੀ ਮੈਲ ਲਾਉਣੀ ਆ। ਸ਼ਰਵਣ ਕਥਾ ਦਾ ਵਟਣਾ ਮਲਣਾ ਹੈ, ਕਥਾ ਸੁਣਨੀ ਆ। ਇਹ ਕੀ ਆ? ਵਟਣਾ ਵਾ। ਤੇ ਹਉਮੈ ਦੀ ਮੈਲ ਲਾ ਦਿਓ ਸਾਰੇ ਅੰਗਾਂ 'ਚ। ਅੱਖ ਵੀ ਮੈਂ ਨਹੀਂ, ਨੱਕ ਵੀ ਮੈਂ ਨਹੀਂ, ਕੰਨ ਵੀ ਮੈਂ ਨਹੀਂ, ਸਰੀਰ ਵੀ ਮੈਂ ਨਹੀਂ, ਸਾਰੇ ਅੰਗਾਂ 'ਚੋਂ ਹਉਮੈ ਖਿੱਚੋ ਵਾਪਸ। ਇਹ ਮੈਲ ਲਾਉਣੀ। ਫੇਰ ਕੀ ਕਰਨਾ? ਮਨਨ ਸੁਨੀਰ ਅੰਨ ਵਾਈ ਅੰਗੂ ਛਾਈ ਦਇਆ ਨਵਨੀ ਵਸਨ ਪਨ ਸੁਧ ਲੈ ਲਗਾਈਏ। ਹੁਣ ਇਸ਼ਨਾਨ ਕਰਨ ਵਾਸਤੇ ਪਾਣੀ ਚਾਹੀਦਾ, ਮੰਨਣ ਦਾ ਪਾਣੀ। ਜੇ ਕਿਸੇ ਨੂੰ ਸਵਾਲ ਕੀਤਾ ਜਾਵੇ ਵੀ ਸਿੱਖ ਕੌਣ ਹੈ, ਸਿੱਖਣ ਵਾਲਾ ਕਿ ਮੰਨਣ ਵਾਲਾ? ਅੱਜ ਕੱਲ੍ਹ ਤਾਂ ਇਹੀ ਕਹਿੰਦੇ ਜਿਹੜਾ ਸਿੱਖਦਾ ਉਹ ਸਿੱਖ ਆ। ਅਤੇ ਕਈ ਵਾਰੀ ਸਿੱਖਦੇ ਇੰਨਾ ਸਿੱਖ ਜਾਂਦੇ, ਫਿਰ ਕਹਿੰਦੇ ਗੁਰੂ ਨੂੰ ਅਕਲ ਘੱਟ ਆ, ਸਾਨੂੰ ਜ਼ਿਆਦੀ। ਸਿੱਖ ਦਾ ਅਰਥ ਕੀ ਹੁੰਦਾ? ਸਿੱਖਣਾ ਕਿ ਮੰਨਣਾ? ਤਾਂ ਸੰਸਕ੍ਰਿਤ ਦੇ ਮੁਤਾਬਕ ਸਿੱਖ ਦਾ ਅਰਥ ਕੀ ਆ? ਜਿਹੜਾ ਹੱਥ ਜੋੜ ਕੇ ਕਵੇ ਮੈਂ ਤੁਹਾਡੀ ਆਗਿਆ ਮੰਨਣ ਨੂੰ ਤਿਆਰ ਹਾਂ, ਹੁਕਮ ਕਰੋ, ਉਹਨੂੰ ਸਿੱਖ ਕਿਹਾ ਜਾਂਦਾ। ਸਿੱਖਣ ਵਾਲੇ ਨੂੰ ਸਿੱਖ ਨਹੀਂ ਕਿਹਾ ਜਾਂਦਾ। ਤਾਂ ਮੰਨਣ ਦਾ ਪਾਣੀ, ਮੰਨਣ ਸੁਨੀਰ, ਇਹ ਸਾਰੇ ਉਹਨਾਂ ਨੇ ਸ਼ੁਭ ਗੁਣ ਦੱਸੇ ਹਨ। ਅਭਰਨ ਨਾਮ ਹਰੀ ਸਾਧੂ ਸੇਵਾ ਕਰਨ ਫੂਲ। ਵਾਹਿਗੁਰੂ ਦੇ ਨਾਮ ਦੇ ਗਹਿਣੇ ਤੇ ਕਰਨ ਫੂਲ ਕੀ ਸਾਧੂ ਸੇਵਾ। ਮਾਨਸੀ ਸੁਨੱਥ ਸੰਗ ਅੰਜਨ ਬਣਾਈਏ। ਬੀਬੀਆਂ ਨੱਕ 'ਚ ਨੱਥਾਂ ਪਾਉਂਦੀਆਂ ਨਾ। ਭਗਤੀ ਦਾ ਸ਼ਿੰਗਾਰ ਕੀ ਆ? ਮਾਨਸੀ ਪੂਜਾ, ਇਹ ਨੱਥ ਪਾਉਣੀ। ਔਰ ਸਤ ਸੰਗਤ ਕਰਨੀ, ਇਹ ਅੱਖਾਂ ਦਾ ਸੁਰਮਾ। ਭਗਤੀ ਮਹਾਰਾਣੀ ਕੋ ਸ਼ਿੰਗਾਰ ਚਾਰ ਵੀਰੀ ਚਾਹ ਰਹੇ ਜੋ ਨਿਹਾਰ ਲਹੇ ਲਾਲ ਪਿਆਰੀ ਗਾਈਏ। ਇਹ ਭਗਤ ਮਾਲ ਦੇ ਵਿੱਚ ਸਵਈਆ ਲਿਖਿਆ ਹੈ। ਨਾਭਾ ਜੀ ਦੀ ਜਿਹੜੀ ਭਗਤ ਮਾਲ ਹੈ ਨਾ, ਤਾਂ ਫਿਰ ਕੱਪੜੇ ਕੁੱਪੜੇ ਪਾ ਕੇ ਫਿਰ ਸ਼ਰਧਾ ਦਾ ਫਲੇਲ ਸੈਂਟ ਲਾਉਣਾ। ਪਰਫਿਊਮ ਲਾਉਂਦੇ ਨਾ ਕੱਪੜਿਆਂ 'ਤੇ, ਸ਼ਰਧਾ ਦਾ ਫਲੇਲ ਲਾਉਣਾ ਹੈ। ਇੱਦਾਂ ਕਹਿੰਦੇ ਮਨ ਜਿਹੜਾ ਹੈ ਸ਼ੁੱਧ ਹੁੰਦਾ। ਹੁਣ ਏਡੇ ਸਵਈਏ ਨੂੰ, ਏਡੀ ਵੱਡੀ ਵਿਆਖਿਆ ਨੂੰ ਜਪਜੀ ਸਾਹਿਬ 'ਚ ਮਹਾਰਾਜ ਨੇ ਇੱਕ ਲਾਈਨ 'ਚ ਹੀ ਕੱਢ ਕੇ ਪਰੇ ਰੱਖਤਾ। ਇੱਕ ਲਾਈਨ 'ਚ ਹੀ ਮਹਾਰਾਜ ਕੀ ਕਹਿੰਦੇ? ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਕੰਮ ਹੀ ਨਿਬੇੜਤਾ ਫੜ ਕੇ। ਏਡਾ ਵੱਡਾ ਸਵਈਆ ਕੌਣ ਕੰਠ ਕਰੂਗਾ? ਤਾਂ ਅਨੁਭਵ ਪ੍ਰਕਾਸ਼ ਆਪਣੀ ਮਤ ਨੂੰ ਸ਼ੁੱਧ ਜਿਹਨੇ ਕੀਤਾ ਹੈ ਉਹਨੂੰ ਹੀ ਪ੍ਰਕਾਸ਼ ਹੁੰਦਾ ਪਰਮੇਸ਼ਰ ਵਾਹਿਗੁਰੂ ਜੀ। ਅਨੁਭਵ ਮੈਨੇ ਆਤਮ ਵਿਸ਼ੈਣੀ ਬੁੱਧੀ, ਟਿਕਾ ਵਾਲੀ ਬੁੱਧੀ, ਜਿਹਦਾ ਮਨ ਸਾਫ਼ ਹੋ ਚੁੱਕਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਫਰਮਾਉਂਦੇ ਹਨ, ਨਿਸ ਦਿਨ ਅਨਾਸ। ਨਿਸ ਕਹਿੰਦੇ ਹਨ ਰਾਤ ਨੂੰ, ਦਿਨ ਸੂਰਜ ਚੜ੍ਹਨ ਤੋਂ ਲੈ ਕੇ ਛਿਪਣ ਤੱਕ ਦਾ ਵੇਲਾ। ਅਨਾਸ, ਨਾਸ ਤੋਂ ਰਹਿਤ, ਅਬਨਾਸੀ। ਹੇ ਅਕਾਲ ਪੁਰਖ ਜੀ, ਆਪ ਹਰ ਸਮੇਂ ਅਬਨਾਸੀ, ਨਾਸ ਤੋਂ ਰਹਿਤ ਹੋ। ਹੇ ਅਕਾਲ ਪੁਰਖ ਜੀ, ਅਨਾਸ ਨਿਸ ਦਿਨ, ਰਾਤ ਤੇ ਦਿਨ ਭਾਵ ਹਰ ਸਮੇਂ ਅਨ ਆਸ, ਆਸਾ ਤੋਂ ਅਨ ਰਹਿਤ ਹੋ। ਆਪ ਜੀ ਨੂੰ ਕੋਈ ਆਸਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ। ਜਿਵੇਂ ਰੂਮੀ ਸਾਹਿਬ ਲਿਖਦੇ ਨੇ ਨਾ, ਮੌਲਾਨਾ ਰੂਮੀ ਸਾਹਿਬ, ਉਹ ਕਹਿੰਦੇ ਨੇ ਕਿ ਜਦੋਂ ਮੈਂ ਤੇਰੇ ਦਰ 'ਤੇ
ਤੁਰਿਆ ਨਹੀਂ ਸੀ ਤੇ ਮੇਰੀਆਂ 1000 ਕਾਮਨਾ ਸੀ, ਪਰ ਤੇਰੀ ਇੱਕ ਮਿਲਦੀ ਚਾਹ ਦੇ ਵਿੱਚ ਸਾਰੀਆਂ ਹੀ ਖਤਮ ਹੋ ਗਈਆਂ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਵੀ ਅਨ ਆਸ, ਆਸਾ ਤੋਂ ਅਨ ਰਹਿਤ ਹੈ। ਮੌਲਾਨਾ ਰੂਮੀ ਸਾਹਿਬ ਦੇ ਬੜੇ ਸੋਹਣੇ ਸੋਹਣੇ ਵਿਚਾਰ ਨੇ। ਇਸੇ ਤਰ੍ਹਾਂ ਸਰਮੱਧ ਸਾਹਿਬ ਲਿਖਦੇ ਨੇ, ਅਨ ਆਸ, ਆਸਾ ਤੋਂ ਅਨ ਰਹਿਤ ਹੋਣਾ। ਉਹ ਕੀ ਉਚਾਰਦੇ ਨੇ ਸਰਮੱਧ ਸਾਹਿਬ? ਉਹ ਕਹਿੰਦੇ ਨੇ ਵੀ ਜਦੋਂ ਮੈਂ ਤੈਨੂੰ ਨਹੀਂ ਜਾਣਦਾ ਸੀ, ਉਦੋਂ ਦੁਨੀਆ ਮੇਰੇ ਵਾਸਤੇ ਪਹਾੜ ਸੀ। ਇੱਥੇ ਪਹਾੜ ਦਾ ਮਤਲਬ ਵੀ ਬੜੀ ਵੱਡੀ ਕੀਮਤ। ਦੁਨੀਆ ਨੂੰ ਮੈਂ ਬਹੁਤ ਵੱਡੀ ਮੰਨਦਾ ਸੀ, ਵੀ ਸਭ ਕੁਝ ਦੁਨੀਆ ਹੀ ਆ। ਪਰ ਜਦੋਂ ਤੂੰ ਮਿਲਿਆ, ਅੱਜ ਮੇਰੀ ਨਿਗਾਹ ਦੇ ਵਿੱਚ, ਮੇਰੇ ਨਜ਼ਰੀਏ ਦੇ ਵਿੱਚ ਦੁਨੀਆ ਦੀ ਕੀਮਤ ਖਸਖਸ ਦੇ ਦਾਣੇ ਤੋਂ ਵੱਧ ਕੱਖ ਵੀ ਨਹੀਂ। ਖਸਖਸ ਦਾ ਦਾਣਾ ਕਿੱਡਾ ਕੁ ਹੁੰਦਾ, ਕਿਤੇ ਐ ਸੂਖਮ ਜਿਹਾ, ਇਹਦੇ ਪਰਵਾਹ ਹੀ ਨਹੀਂ ਇਸ ਦੁਨੀਆ ਦੀ। ਰਾਮ ਰਸ ਪੀਆ ਰੇ, ਜਿਹੇ ਰਸ ਬਿਸਰ ਗਏ, ਰਸ ਔਰ ਕਿਸੇ ਦੀ ਪਰਵਾਹ ਨਹੀਂ। ਇਸੇ ਤਰ੍ਹਾਂ ਵਾਹਿਗੁਰੂ ਵੀ ਅਨ ਆਸ, ਆਸਾ ਤੋਂ ਅਨ ਰਹਿਤ ਰਹਿੰਦਾ ਹੈ। ਇਹ ਜੋ ਵੀ ਬਾਅਦ ਦੇ ਵਿੱਚ ਉਹਦਾ ਅਰਦਾਸਾਂ ਕਰਕੇ, ਪਰਉਪਕਾਰ ਕਰਕੇ, ਸਿੱਖਾਂ ਦੀਆਂ ਅਰਦਾਸਾਂ ਕਰਕੇ, ਬੇਨਤੀਆਂ ਕਰਕੇ ਕਰਦਾ ਹੈ, ਭਾਵਨਾ ਪੂਰੀਆਂ। ਵੈਸੇ ਤਾਂ ਕੋਈ ਆਪਣਾ ਕੋਈ ਪਰਸਨਲ ਬੈਨੀਫਿਟ ਤਾਂ ਨਹੀਂ ਨਾ, ਕੋਈ ਆਪਣਾ ਕੋਈ ਨਿੱਜੀ ਤਾਂ ਮਤਲਬ ਨਹੀਂ ਪਰਮੇਸ਼ਰ ਦਾ ਕਿਸੇ ਦੇ ਨਾਲ। ਤਾਂ ਇਸ ਕਰਕੇ ਹੇ ਵਾਹਿਗੁਰੂ ਜੀ, ਆਪ ਆਸਾ ਤੋਂ ਰਹਿਤ ਹੋ। ਨਿਸ ਦਿਨ ਅਨਾਸ, ਹੇ ਅਕਾਲ ਪੁਰਖ ਜੀ, ਰਾਤ ਤੇ ਦਿਨ ਇਹਨਾਂ ਨੂੰ ਆ ਵਿਸ਼ੇਸ਼ ਕਰਕੇ ਨਾਸ ਕਰਨ ਵਾਲੇ। ਜਦੋਂ ਸਾਰੀ ਦੁਨੀਆ ਖਤਮ ਹੋ ਜਾਂਦੀ, ਕਿੱਥੇ ਗਈ ਰਾਤ, ਕਿੱਥੇ ਗਿਆ ਦਿਨ, ਕਿੱਥੇ ਗਏ ਸੂਰਜ, ਕਿੱਥੇ ਗਏ ਤਾਰੇ। ਅਰਬਦ ਨਰਬਦ ਤੰਦੂਕਾਰਾ, ਧਰਨਾ ਗਗਨ ਹੁਕਮ ਅਪਾਰਾ। ਆਪ ਹੈਰਾਨ ਹੋਵੋਗੇ, ਇੱਕ ਬਹੁਤ ਵੱਡਾ ਸਾਇੰਟਿਸਟ, ਉਹ ਜਿਹੜਾ ਕੁਰਸੀ ਤੇ ਉਹਦਾ ਸਰੀਰ ਲਕਵੇ ਦੇ ਨਾਲ ਕੁਰਸੀ ਤੇ ਬੈਠਾ ਰਹਿੰਦਾ ਸੀ, ਬੜਾ ਮਸ਼ਹੂਰ, ਪਿੱਛੇ ਜੇ ਉਹਨੇ ਸਰੀਰ ਛੱਡਿਆ, ਸਟੀਵਨ ਕੇ ਇੱਦਾਂ ਉਹਦਾ ਨਾਂ ਸੀ। ਉਹਨੇ ਇੱਕ ਕਿਤਾਬ ਲਿਖੀ ਆ, ਸਮੇਂ ਦਾ ਇਤਿਹਾਸ। ਵਿਦਵਾਨ ਲਿਖਦੇ ਨੇ ਫਲਾਨੀ ਕੌਮ ਦਾ ਇਤਿਹਾਸ, ਮੁਸਲਮਾਨਾਂ ਦਾ ਇਤਿਹਾਸ, ਈਸਾਈਆਂ ਦਾ, ਬੋਧੀ ਕਦੋਂ ਚੱਲੇ, ਜਾਂ ਮਨੁੱਖਤਾ ਦਾ ਇਤਿਹਾਸ, ਮਨੁੱਖ ਕਦੋਂ ਪੈਦਾ ਹੋਏ। ਉਹਨੇ ਕਮਾਲ ਦੀ ਕਿਤਾਬ ਲਿਖੀ। ਉਹ ਕਹਿੰਦਾ ਸਮੇਂ ਦਾ ਇਤਿਹਾਸ, ਟਾਈਮ, ਆ ਜਿਹਨੂੰ ਕਹਿੰਦੇ ਨਾ ਟਾਈਮ, ਸਮਾਂ, ਇਹ ਕਦੋਂ ਸ਼ੁਰੂ ਹੋਇਆ? ਕਦੀ ਆਇਆ ਕਿਸੇ ਦੇ ਦਿਮਾਗ 'ਚ? ਕਦੀ ਆਈ ਨਹੀਂ ਹੋਣੀ ਇਹ ਗੱਲ ਦਿਮਾਗ ਦੇ ਵਿੱਚ। ਤਾਂ ਉਹ ਲਿਖਦਾ ਹੈ ਕਿ ਸਮਾਂ ਤੇ ਸੰਸਾਰ ਇਕੱਠੇ ਸ਼ੁਰੂ ਹੋਏ। ਤਾਂ ਉਹਨੂੰ ਸਵਾਲ ਕੀਤਾ ਗਿਆ, ਕਾਫੀ ਲੰਮਾ ਲੇਖ ਹੈ, ਇਸ ਕਰਕੇ ਸੰਖੇਪ 'ਚ ਬੇਨਤੀ ਕਰਾਂ। ਉਹਨੂੰ ਸਵਾਲ ਕੀਤਾ ਗਿਆ ਕਿ ਸਮਾਂ ਤੇ ਸੰਸਾਰ ਇਕੱਠੇ ਸ਼ੁਰੂ ਹੋਏ? ਹਾਂ, ਕਹਿੰਦਾ ਇਕੱਠੇ ਸ਼ੁਰੂ ਹੁੰਦੇ ਆ। ਉਹ ਕਹਿੰਦੇ ਫਿਰ ਸਮੇਂ ਤੋਂ ਪਹਿਲਾਂ ਕੀ ਸੀ, ਇਹ ਦੱਸ। ਫਿਰ ਸਮਾਂ ਤੇ ਸੰਸਾਰ ਇਕੱਠੇ ਸ਼ੁਰੂ ਹੋਏ ਨਾ, ਕਿ ਸਾਇੰਸ ਮੰਨਦੀ ਇੱਕ ਵੱਡਾ ਧਮਾਕਾ ਹੋਇਆ, ਉਹ ਤੋਂ ਸੰਸਾਰ ਸ਼ੁਰੂ ਹੋ ਗਿਆ, ਉਦੋਂ ਹੀ ਸਮਾਂ ਸ਼ੁਰੂ ਹੋਇਆ। ਕਹਿੰਦੇ ਉਹਨੂੰ ਪੁੱਛਿਆ ਵੀ ਸਮੇਂ ਤੋਂ ਪਹਿਲਾਂ ਕੀ ਆ ਜੀ, ਉਹ ਦੱਸੋ। ਤਾਂ ਉਹ ਕਹਿੰਦਾ ਸਮੇਂ ਤੋਂ ਪਹਿਲਾਂ ਕਿਸੇ ਨੇ ਖੋਜ ਨਹੀਂ ਕੀਤੀ ਕੀ ਆ, ਸਿਰਫ ਭਾਰਤ ਵਰਸ਼ ਦੇ ਰਿਸ਼ੀਆਂ ਨੇ ਖੋਜ ਕੀਤੀ ਸਮੇਂ ਤੋਂ ਪਹਿਲਾਂ ਕੀ ਆ। ਤਾਂ ਉਹਨੇ ਇੱਕ ਸੰਸਕ੍ਰਿਤ ਦੇ ਸ਼ਲੋਕ ਦਾ ਜ਼ਿਕਰ ਕੀਤਾ, ਜਿਹੜਾ ਸ਼ਾਇਦ ਆਪਣੇ ਭੁਲੇਖਾ ਨਾ ਖਾਵਾਂ ਉਪਨਿਸ਼ਦਾਂ ਦੇ ਵਿੱਚ ਆਉਂਦਾ, ਨਾ ਸੱਤ ਸੀ ਨਾ ਸੱਤ ਹੈ। ਸਮੇਂ ਤੋਂ ਪਹਿਲਾਂ ਨਾ ਸੱਤ ਹੀ ਸੀ ਨਾ ਸੱਤ ਸੀ, ਨਾ ਹੈ ਹੀ ਸੀ ਨਾ ਨਹੀਂ ਹੈ ਸੀ। ਹੁਣ ਕੀ ਇਹਦਾ ਅਰਥ ਕਰੋਗੇ ਤੁਸੀਂ? ਤਾਂ ਇਹਨੂੰ ਤੁਸੀਂ ਗੁਰਬਾਣੀ ਦੇ ਵਿੱਚ ਜੇ ਪੜ੍ਹੋ ਤਾਂ ਗੁਰਬਾਣੀ ਕਹਿੰਦੀ ਹੈ, ਜਬ ਆਕਾਰ ਇਹੋ ਕਾਸ਼ ਨਾ ਦ੍ਰਿਸ਼ਟੇਤਾ,
ਸਮੇਂ ਤੋਂ ਪਹਿਲਾਂ ਕੀ ਸੀ, ਸਮਾਂ ਤੇ ਬਾਅਦ ਚ ਬਣਿਆ ਨੇ। ਇਸੇ ਕਰਕੇ ਕਾਲ ਪੁਰਖ ਤੇ ਅਕਾਲ ਪੁਰਖ 'ਚ ਫਰਕ ਮੰਨਿਆ ਜਾਂਦਾ। ਕਾਲ ਪੁਰਖ ਤੇ ਅਕਾਲ ਪੁਰਖ 'ਚ ਵੀ ਸਮਾਂ ਫਰਕ ਮੰਨਿਆ ਜਾਂਦਾ ਹੈ। ਅਕਾਲ ਜਿਹੜਾ ਕਾਲ ਤੋਂ ਰਹਿਤ ਹੈ, ਤਾਂ ਗੁਰਬਾਣੀ ਸਮੇਂ ਤੋਂ ਪਹਿਲਾਂ ਦਾ ਇਤਿਹਾਸ ਦੱਸਦੀ। ਉਦੋਂ ਕੀ ਸੀ? ਜਬ ਆਕਾਰ ਇਹੋ ਕਾਸ਼ ਨਾ ਦ੍ਰਿਸ਼ਟੇਤਾ, ਪਾਪ ਪੁਨ ਤਬ ਕਹਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਦ। ਜਾਂ ਆਪਾਂ ਪੜ੍ਹਦੇ ਹੀ ਆ ਨਾ, ਅਰਬਦ ਨਰਬਦ ਧੁੰਦੂਕਾਰਾ, ਧਰਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰੈਨ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏ ਦਾ। ਤਾਂ ਇਹ ਸਿਰਫ ਭਾਰਤ ਦੇ ਵਿੱਚ ਖੋਜ ਹੋਈ ਹੈ ਵੀ ਜਦੋਂ ਸਮਾਂ ਤੇ ਸੰਸਾਰ ਵੀ ਨਹੀਂ ਸੀ, ਉਹ ਤੋਂ ਪਹਿਲਾਂ ਫਿਰ ਕੀ ਸੀ? ਤਾਂ ਉਹ ਤੋਂ ਪਹਿਲਾਂ ਕੀ ਸੀ, ਇਹਦੇ ਵਾਸਤੇ ਸੁਖਮਣੀ ਸਾਹਿਬ ਪੜ੍ਹਨਾ ਪਊਗਾ 21ਵੀਂ ਅਸ਼ਟਪਦੀ। ਤਾਂ ਇਹਨੂੰ ਕੀ ਕਹਿੰਦੇ ਨੇ ਮਹਾਰਾਜ? ਨਿਸ ਦਿਨ ਅਨਾਸ। ਵਾਹਿਗੁਰੂ ਉਦੋਂ ਵੀ ਕਾਇਮ ਰਹਿੰਦਾ ਹੈ ਜਦੋਂ ਰਾਤ ਦਿਨ ਵੀ ਖਤਮ ਹੋ ਜਾਣਗੇ, ਸੂਰਜ ਚੰਦ ਵੀ ਖਤਮ ਹੋ ਜਾਣਗੇ, ਇਹ ਧਰਤੀ ਵੀ ਖਤਮ ਹੋ ਜਾਊਗੀ। ਤੇ ਸਭ ਤੋਂ ਪੁਰਾਣਾ ਕੀ ਆ? ਸਮਾਂ, ਟਾਈਮ। ਉਹ ਕਹਿੰਦੇ ਟਾਈਮ ਵੀ ਖਤਮ ਹੋ ਜਾਵੇਗਾ, ਸਮਾਂ ਵੀ ਨਹੀਂ ਰਹੇਗਾ, ਸਮੇਂ ਦੀ ਵੰਡ ਵੀ ਨਹੀਂ ਰਹੇਗੀ। ਉਦੋਂ ਵੀ ਵਾਹਿਗੁਰੂ ਪਰਮੇਸ਼ਰ ਜੀ ਹਾਜ਼ਰ ਰਹਿਣਗੇ। ਆ ਜਾਨ ਬਾਹੋ। ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਆਪ ਅਜਾਨ ਬਾਹਾਂ ਵਾਲੇ ਹੋ। ਅਜਾਨ ਬਾਹਾਂ ਕਹਿੰਦੇ ਜਿਹਦੀਆਂ ਅਜਾਨ ਜਾਨੂ ਤੱਕ ਬਾਹਾਂ, ਮੈਨੇ ਗੋਡਿਆਂ ਤੱਕ ਲੰਬੀਆਂ। ਇੱਥੇ ਸਰਗੁਣ ਸਰੂਪ ਚੱਲ ਗਿਆ। ਪਹਿਲਾਂ ਜੋਤ ਰੂਪ ਦੀ ਗੱਲ ਹੁੰਦੀ ਪਈ ਸੀ, ਹੁਣ ਮਹਾਰਾਜ ਨੇ ਸਰੀਰ ਧਾਰੀ ਰੱਬ ਦੀ ਗੱਲ ਕੀਤੀ, ਜਿਹੜਾ ਅਵਤਾਰ ਧਾਰਦਾ ਹੈ, ਸੰਸਾਰ ਦੇ ਵਿੱਚ ਆਉਂਦਾ ਹੈ। ਆ ਜਾਨ ਕਹਿੰਦੇ, ਜਾਨ ਕਹਿੰਦੇ ਨੇ ਗੋਡਿਆਂ ਬਾਹੂ ਪਰਯੰਤ ਲੰਬੀਆਂ, ਜਿਹਦੀਆਂ ਗੋਡਿਆਂ ਤੱਕ ਲੰਬੀਆਂ ਬਾਹਾਂ ਹੋਣ। ਕਈ ਸੱਜਣ ਜਿਨ੍ਹਾਂ ਨੇ ਆਪਣੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਦਰਸ਼ਨ ਕੀਤੇ ਹੋਣਗੇ, ਉਹ ਕਹਿੰਦੇ ਨੇ ਕਿ ਸੰਤਾਂ ਦੀਆਂ ਬਾਹਾਂ ਗੋਡਿਆਂ ਤੱਕ ਲੰਬੀਆਂ ਸੀ, ਅਵਤਾਰੀ ਪੁਰਸ਼ ਸਨ ਸੰਤ। ਇੱਦਾਂ ਸੰਤਾਂ ਦਾ ਮਾਣ ਕੀਤਾ ਜਾਂਦਾ ਹੈ। ਤੇ ਸੰਤਾਂ ਦੀ ਇੱਕ ਅੱਖ ਵੀ ਕਹਿੰਦੇ ਛੋਟੀ ਸੀ। ਕੁਦਰਤੀ ਹੋਵੇਗੀ ਭਗਤੀ ਕਰਨ ਕਰਕੇ, ਜਾਂ ਕੁਦਰਤੀ ਵੀ ਹੁੰਦੀ ਆ। ਕਈ ਉਹਨਾਂ ਦੀ ਰੀਸ 'ਚ ਐਵੇਂ ਅੱਖਾਂ ਜੀਆਂ ਦੱਬੀ ਜਾਣਗੇ, ਫਿਰ ਉਹਨਾਂ ਦਾ ਕੀ ਕਰੀਏ? ਐਵੇਂ ਪਖੰਡ ਕਰਕੇ ਵਿਖਾਉਂਦੇ। ਉਹ ਤਾਂ ਕੁਦਰਤੀ ਸੀ, ਉਹ ਤਾਂ ਮਹਾਂਪੁਰਸ਼ ਸੀ। 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਉਹਨਾਂ ਨੇ, ਐਵੇਂ ਅੱਖਾਂ ਦੱਬੀ ਫਿਰਦੇ ਹੁੰਦੇ ਕਈ। ਉਹ ਤਾਂ ਜ਼ਰੂਰੀ ਨਹੀਂ ਆ ਵੀ ਅੱਖ 'ਚ ਵੀ ਫਰਕ ਹੋ ਸਕਦਾ, ਪਰ ਉਹਨਾਂ ਦਾ ਕੁਦਰਤੀ ਸੀ। ਇਸੇ ਤਰ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ, ਇਹ ਮੈਂ ਨਹੀਂ ਕਹਿੰਦਾ, ਇਹ ਮਾਰਕ ਟੱਲੀ ਵਰਗੇ ਜਿਹੜੇ ਪੱਤਰਕਾਰ ਨੇ, ਉਹ ਕਹਿੰਦੇ ਅਵਤਾਰਾਂ ਵਰਗੀ ਦਿੱਖ ਸੀ। ਜਿਹੜੇ ਸਰਕਾਰੀ ਪੱਤਰਕਾਰ ਸੀ ਨਾ, ਬੀਬੀ ਇੰਦਰਾ ਗਾਂਧੀ ਦੇ ਕਹਿਣ 'ਤੇ ਉਹਨਾਂ ਨੇ ਕਿਤਾਬਾਂ ਲਿਖੀਆਂ ਬੀਬੀ ਨੂੰ ਸੱਚਾ ਸਾਬਤ ਕਰਨ ਵਾਸਤੇ। ਉਹ ਕਹਿੰਦੇ ਅਵਤਾਰਾਂ ਵਰਗੀ ਦਿੱਖ। ਇਹਨੂੰ ਕਹਿੰਦੇ ਅਜਾਨ ਬਾਹੂ, ਜੀ ਦੀਆਂ ਗੋਡਿਆਂ ਤੱਕ ਬਾਹਾਂ ਹੋਣ। ਹੇ ਅਕਾਲ ਪੁਰਖ ਜੀ, ਇੱਥੇ ਅਵਤਾਰਾਂ ਦੀ ਗੱਲ ਆ ਰਹੀ ਹੈ, ਸੰਤਾਂ ਦਾ ਜ਼ਿਕਰ ਆ ਗਿਆ ਵਿੱਚ, ਤਾਂ ਬੇਨਤੀ ਕਰਦਾ ਵਾਂ। ਇਹ ਕੁਦਰਤੀ ਹੁੰਦੀਆਂ ਨੇ। ਵੈਸੇ ਕੋਈ ਗੁੱਸਾ ਨਾ ਕਰੇ ਭੈਣ ਭਰਾ, ਜਿਹੜੇ ਬਾਸਕਟਬਾਲ ਖੇਡਦੇ, ਵਾਲੀਬਾਲ ਖੇਡਦੇ, ਲੰਮੀਆਂ ਉਹਨਾਂ ਦੀਆਂ ਵੀ ਹੋ ਜਾਂਦੀਆਂ, ਇਹ ਕੋਈ ਏਡੀ ਗੱਲ ਨਹੀਂ ਹੁੰਦੀ। ਪਰ ਜਿਹਦੀਆਂ ਕੁਦਰਤੀ ਹੋਣ, ਜਮਾਂਦਰੂ ਹੋਣ, ਪਰਮੇਸ਼ਰ ਵੱਲੋਂ ਹੋਣ। ਇਹ ਨਹੀਂ ਵੀ ਤੁਸੀਂ ਬਾਸਕਟਬਾਲ ਖੇਡਣ ਲੱਗ ਪਓ ਤੇ ਬਾਹਾਂ ਤੇ ਤੁਹਾਡੀਆਂ ਵੀ ਲੰਮੀਆਂ ਹੋ ਜਾਣਗੀਆਂ ਫਿਰ। ਤਾਂ ਹੇ ਅਕਾਲ ਪੁਰਖ ਜੀ, ਤੂੰ ਅਜਾਨ ਬਾਹੂ ਹੈ, ਭਾਵ ਗੋਡਿਆਂ ਤੀਕ ਲੰਬੀਆਂ ਗੰਢਾਂ ਰਹਿਤ, ਹਾਥੀ ਤੇ ਸੁੰਡ ਵਰਗੀਆਂ, ਹਾਥੀ ਦੀਆਂ ਸੁੰਡ ਵਰਗੀਆਂ ਸੋਹਣੀਆਂ ਬਾਹਾਂ ਵਾਲੇ ਅਵਤਾਰ ਧਾਰਦਾ ਹੈ। ਜਿਵੇਂ ਤ੍ਰੇਤੇ ਵਿੱਚ ਸ੍ਰੀ ਰਾਮ ਚੰਦਰ ਬਣ ਕੇ ਆਇਆ, ਦੁਆਪਰ 'ਚ ਕ੍ਰਿਸ਼ਨ ਜੀ ਬਣ ਕੇ, ਤੇ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਐਸੇ ਸਰੂਪ ਆਪ ਜੀ ਨੇ ਪ੍ਰਗਟ ਕੀਤੇ। ਜਦੋਂ ਅਸੀਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਹਾਂ ਤਾਂ ਉੱਥੇ ਅਵਤਾਰੀ ਪੁਰਸ਼ਾਂ ਦੇ ਲੱਛਣ ਆਉਂਦੇ ਵੀ ਅਵਤਾਰ ਕਿਹਨੂੰ ਮੰਨਿਆ ਜਾ ਸਕਦਾ।
ਉਹ ਕਹਿੰਦੇ ਜਿਹੜੇ ਸਰਵੱਗ ਹੋਣ, ਮਰਿਆਦਾਵਾਨ ਹੋਣ, ਮਿੱਠੇ ਬੋਲਣ ਵਾਲੇ ਹੋਣ, ਸ਼੍ਰੀਮਾਨ ਹੋਣ। ਸ਼੍ਰੀਮਾਨ ਮੈਨੇ ਰਿੱਧੀਆਂ ਸਿੱਧੀਆਂ ਦੇ ਮਾਲਕ ਹੋਣ, ਸ਼ਤਰੂ ਨਾਸ਼ਕ ਹੋਣ, ਵਿਸ਼ਾਲ ਮੋਢਿਆਂ ਵਾਲੇ ਤੇ ਹਾਥੀ ਦੀਆਂ ਸੁੰਡ ਵਰਗੀਆਂ ਜਿਨ੍ਹਾਂ ਦੀਆਂ ਬਾਹਾਂ ਗੋਡਿਆਂ 'ਤੇ ਇੱਕ ਲੰਬੀਆਂ, ਅਜਾਨ ਬਾਹੂ ਆਇਆ ਨਾ, ਤੇ ਸ਼ੰਖ ਵਰਗੀ ਸੋਹਣੀ ਜਿਨ੍ਹਾਂ ਦੀ ਗਰਦਨ ਹੋਵੇ, 3 ਰੇਖਾਂ ਪੈਂਦੀਆਂ ਹੋਣ, ਵੱਡੀ ਠੋਡੀ ਹੋਵੇ, ਚੌੜੀ ਛਾਤੀ ਹੋਵੇ ਤੇ ਧਨੁਖ ਧਾਰੀ ਹੋਣ, ਗਰਦਨ ਦੀਆਂ ਹੱਡੀਆਂ ਮਾਸ ਦੇ ਵਿੱਚ ਛਿਪੀਆਂ ਹੋਣ ਤੇ ਦੋਵੇਂ ਬਾਹਾਂ ਘੁਟਨਿਆਂ ਤੱਕ ਲੰਬੀਆਂ ਹੋਣ, ਸਿਰ ਤੇ ਮਸਤਕ ਦੋਵੇਂ ਸੋਹਣੇ ਹੋਣ, ਉਹਨਾਂ ਨੂੰ ਅਵਤਾਰੀ ਪੁਰਸ਼ ਮੰਨਿਆ ਜਾਂਦਾ ਹੈ ਧਾਰਮਿਕ ਗ੍ਰੰਥਾਂ ਮੁਤਾਬਕ। ਤਾਂ ਮਹਾਰਾਜ ਕਹਿੰਦੇ ਹੈ ਵਾਹਿਗੁਰੂ ਜੀ ਆਪ ਅਜਾਨ ਬਾਹੂ ਜਾਂ ਫਿਰ ਧਰਮੱਗ ਹੋਣ, ਸ਼ਰਨ ਆਏ ਦੀ ਲਾਜ ਰੱਖਣ ਵਾਲੇ ਹੋਣ। ਹੋਰ ਵੀ ਬੜੀ ਉਪਮਾ ਕੀਤੀ ਹੈ, ਔਰ ਉਪਮਾ ਕਰਦੇ ਕਰਦੇ ਕੀ ਲਿਖਿਆ, ਸਮੁੰਦਰ ਇਵ ਗੰਭੀਰੇ ਧੈर्येण ਹਿਮਵਾਨਿਮ ਵਿਸ਼ੁਨਾ ਸਦਰਸ਼ੇ ਵੀਰਿਏ ਸੋਮਵਤ ਪ੍ਰਿਯ ਦਰਸ਼ਿਨਾ ਕਾਲਾ ਅਗਨੀ ਸਦਰਸ਼ਾ ਕ੍ਰੋਧੋ ਸ਼ਮਿਆ ਪ੍ਰਿਥਵੀ ਸਮਾ। ਸਮੁੰਦਰ ਵਰਗੇ ਡੂੰਘੇ, ਇੰਨੇ ਡੂੰਘੇ ਹੋਣ ਤੇ ਧੀਰਜ ਏਡਾ ਤਗੜਾ ਹੋਵੇ ਜਿਵੇਂ ਹਿਮਾਲਿਆ ਪਰਬਤ ਦੀ ਡੋਲਦਾ, ਹਿੱਲਣ ਵਾਲੇ ਨਹੀਂ ਹੁੰਦੇ ਉਹ। ਇਹ ਨਹੀਂ ਵੀ ਮੌਕਾ ਵੇਖ ਕੇ ਪਾਸਾ ਪਲਟ ਗਏ, ਇਹ ਅਵਤਾਰ ਨਹੀਂ ਹੁੰਦੇ। ਸਮੁੰਦਰ ਵਰਗੇ ਗੰਭੀਰ ਤੇ ਹਿਮਾਲਿਆ ਪਰਬਤ ਵਰਗੇ ਧੀਰਜ ਵਾਲੇ, ਔਰ ਭਗਵਾਨ ਵਿਸ਼ਨੂੰ ਵਰਗੇ ਮਹਾਬਲੀ ਤੇ ਚੰਦ ਵਰਗੇ ਸੋਹਣੇ, ਸੋਮਵਤ ਪ੍ਰਿਯ ਦਰਸ਼ਿਨਾ, ਚੰਦ ਵਰਗੇ ਸੋਹਣੇ। ਤੇ ਜਦੋਂ ਉਹ ਕ੍ਰੋਧ ਵਿੱਚ ਆਉਣ ਤਾਂ ਕਾਲ ਅਗਨੀ ਸਦਰਸ਼ਾ, ਜਿਵੇਂ ਮੌਤ ਪੈਂਦੀ ਹੈ, ਕਾਲ ਆਉਂਦਾ ਹੈ ਤੇ ਫਿਰ ਮੌਤ ਤੋਂ ਭੱਜ ਨਹੀਂ ਸਕਦਾ। ਜਦੋਂ ਕਿਤੇ ਵੀਰ ਰਸ 'ਚ ਆਉਣ ਤੇ ਸਮਝ ਫਿਰ ਹੁਣ ਤੇਰੀ ਜ਼ਿੰਦਗੀ ਨਹੀਂ। ਤੇ ਮਾਫ ਕਰਨ 'ਚ ਏਡੇ ਤਗੜੇ ਹੋਣ, ਕਹਿੰਦੇ ਧਰਤੀ ਵਰਗੇ। ਐਸੇ ਅਵਤਾਰੀ ਪੁਰਸ਼ ਮੰਨੇ ਜਾਂਦੇ ਨੇ, ਤਾਂ ਉਹਨਾਂ ਨੂੰ ਅਵਤਾਰ ਕਿਹਾ ਜਾਂਦਾ ਹੈ। ਤੇ ਦਾਨ ਦੇਣ ਦੇ ਵਿੱਚ ਕੁਬੇਰ ਦੇ ਸਮਾਨ, ਤੇ ਸੱਤ ਬੋਲਣ ਵਿੱਚ ਇਹੋ ਜਿਹੇ ਗੁਣਾਂ ਦੇ ਨਾਲ ਉਹ ਯੁਕਤ ਹੋਣ ਜਿਵੇਂ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਉਹ ਕੌਣ ਨੇ? ਅਜਾਨ ਬਾਹੂ, ਸਾਹਾਨ ਸਾਹ, ਸ਼ਹਿਨਸ਼ਾਹ ਦੇ ਵੀ ਸ਼ਹਿਨਸ਼ਾਹ ਨੇ ਤੇ ਅਜਾਨ ਬਾਹ ਮਹਾਬਲੀ ਹਨ। ਤੇ ਦਾਨੀ ਏਡੇ ਵੱਡੇ ਸੀ। ਗ੍ਰੰਥਾਂ ਦੇ ਵਿੱਚ ਕੀ ਲਿਖਿਆ ਹੈ ਕਿ ਇੱਕ ਉਹਨਾਂ ਦਾ ਕਵੀ ਹਾਥੀ ਤੇ ਚੜ੍ਹਿਆ ਜਾਂਦਾ ਹੈ। ਉੱਥੇ ਕੋਈ ਬਾਦਸ਼ਾਹ, ਕਿਸੇ ਇਲਾਕੇ ਦਾ ਸਰਦਾਰ, ਰਾਜਾ, ਰਾਣਾ ਕਹਿ ਲਓ, ਉਹ ਸ਼ਿਕਾਰ ਖੇਡਦਾ ਪਿਆ। ਮੇਰੇ ਖਿਆਲ ਨਾਲ 5ਵੀਂ ਰੁੱਤ ਦੀ ਸਮਾਪਤੀ ਤੇ 52 ਕਵੀਆਂ ਦੇ ਜਿੱਥੇ ਕਵਿਤਾ ਆਉਂਦੇ ਉੱਥੇ ਲਿਖਿਆ ਕਿ ਇੱਕ ਕਵੀ ਉਹਨਾਂ ਦਾ ਹਾਥੀ ਚੜ੍ਹਿਆ, ਅੱਗੇ ਨਿਸ਼ਾਨ ਤੇ ਨਗਾਰੇ, ਨਿਸ਼ਾਨ ਤੇ ਨਗਾਰੇ ਜਾ ਰਹੇ ਨੇ, ਵੱਜ ਰਹੇ ਨੇ, ਨਿਸ਼ਾਨ ਜਾ ਰਹੇ ਨੇ। ਪਿੱਛੇ ਉਹਦੇ ਘੋੜੇ ਤੇ ਹਾਥੀ ਚੜ੍ਹਿਆ ਵਿੱਚ ਆਪ। ਉੱਥੇ ਕੋਈ ਰਾਣਾ, ਕੋਈ ਸਰਦਾਰ ਸ਼ਿਕਾਰ ਖੇਡਦਾ ਪਿਆ ਤੇ ਨਗਾਰਿਆਂ ਦੀ, ਨਫੀਰੀਆਂ ਦੀ ਆਵਾਜ਼ ਸੁਣ ਕੇ ਉਹ ਸਰਦਾਰ ਨੇ, ਰਾਣੇ ਨੇ ਜਾਂ ਰਾਜੇ ਨੇ ਆਖਿਆ ਵੀ ਕਿਹੜਾ ਰਾਜਾ ਆਉਂਦਾ ਪਿਆ ਵਾ, ਜਾਓ ਪਤਾ ਕਰੋ ਇਹ ਕਿਹੜਾ ਬਾਦਸ਼ਾਹ ਲੰਘਦਾ ਪਿਆ। ਤਾਂ ਜਦੋਂ ਉਹਦੇ ਨੌਕਰਾਂ ਨੇ ਜਾ ਕੇ ਪੁੱਛਿਆ ਵੀ ਤੁਸੀਂ ਕਿਹੜੇ ਇਲਾਕੇ ਦੇ ਰਾਜਾ ਹੋ ਸਰਦਾਰ, ਉਹ ਬਾਦਸ਼ਾਹ, ਤਾਂ ਉਹ ਕਵੀ ਹੱਥ ਜੋੜ ਕੇ ਕਹਿਣ ਲੱਗਾ, ਭਰਾ ਮੈਂ ਕਿਸੇ ਇਲਾਕੇ ਦਾ ਰਾਜਾ ਨਹੀਂ, ਬਾਦਸ਼ਾਹ ਨਹੀਂ, ਮੈਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰ 'ਤੇ ਮੰਗ ਕੇ ਖਾਣ ਵਾਲਾ ਕਵੀ ਹਾਂ। ਉਹ ਰਾਜਾ ਹੈਰਾਨ ਰਹਿ ਗਿਆ
ਕਹਿੰਦਾ ਜਿਹਦੇ ਕਵੀਆਂ ਦੀ ਏਡੀ ਚੜ੍ਹਾਈ ਹੈ ਉਹ ਆਪ ਪਾਤਸ਼ਾਹ ਕਿੱਡਾ ਵੱਡਾ ਹੋਵੇਗਾ। ਜਿਹਦੇ ਕਵੀ ਹਾਥੀ ਤੇ ਚੜ੍ਹੇ ਨੇ, ਅੱਗੇ ਨਿਸ਼ਾਨ ਨਗਾਰੇ ਜਾ ਰਹੇ ਨੇ, ਜਿਹਦੇ ਕਵੀਆਂ ਵੱਲ ਵੇਖ ਕੇ ਭੁਲੇਖਾ ਪੈਂਦਾ ਵੀ ਕੋਈ ਬਾਦਸ਼ਾਹ ਲੰਘਦਾ ਪਿਆ, ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਡੇ ਕੁ ਵੱਡੇ ਹੋਣਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕੀ ਫਰਮਾਉਂਦੇ ਹਨ, ਆਪ ਅਜਾਨ ਬਾਹੋ ਮਹਾਬਲੀਆਂ ਦੇ ਵੀ ਮਹਾਬਲੀ ਹੋ, ਸਾਹਾਨ ਸਾਹੋ ਤੇ ਬਾਦਸ਼ਾਹਾਂ ਦੇ ਵੀ ਆਪ ਸੱਚੇ ਪਾਤਸ਼ਾਹ ਹੋ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹੋ ਨਿਹਚਲ ਚੌਰ ਛੱਤ। ਆਪ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਹੋ। ਰਾਜਾਨ ਰਾਜ ਇਹ ਸੱਚੇ ਪਾਤਸ਼ਾਹ ਜੀ ਆਪ ਰਾਜਿਆਂ ਦੇ ਵੀ ਰਾਜਾ ਹੋ। हे ਅਕਾਲ ਪੁਰਖ ਜੀ ਸ਼ਹਿਨਸ਼ਾਹ ਦੇ ਵੀ ਆਪ ਸ਼ਹਿਨਸ਼ਾਹ ਹੋ। ਪਾਨਾਨ ਪਾਨ ਸੂਰਜਾਂ ਦੇ ਸੂਰਜ ਜਾਂ ਸੂਰਜ ਦੇ ਵਿੱਚ ਸੂਰਜ ਬਣ ਕੇ ਚਮਕਣ ਵਾਲੇ ਸੂਰਜਾਂ ਦੇ ਵੀ ਆਪ ਜੀ ਸੂਰਜ ਮੰਨੇ ਜਾਂਦੇ ਹੋ। ਦੇਵਾਨ ਦੇਵ ਦੇਵਤਿਆਂ ਦੇ ਵੀ ਦੇਵ ਪੂਜਨੀਕ ਹੋ। ਜਿੰਨੇ ਵੀ ਦੇਵੀ ਦੇਵਤੇ ਹਨ ਇਹ ਸਭ ਆਪ ਜੀ ਦਾ ਨਾਮ ਜਪ ਕੇ ਬਰਕਤ ਪ੍ਰਾਪਤ ਕਰਦੇ ਨੇ, ਤਾਕਤ ਪ੍ਰਾਪਤ ਕਰਦੇ ਹਨ। ਜਿੰਨੀ ਕੋਈ ਭਗਤੀ ਕਰ ਲੈਂਦਾ ਹੈ ਓਨੀ ਉਹਦੇ ਵਿੱਚ ਵਾਹਿਗੁਰੂ ਜੀ ਦੀ ਸ਼ਕਤੀ ਆ ਜਾਂਦੀ ਹੈ। ਪਿੱਛੇ ਆਪਾਂ ਗੱਲ ਕਰਦੇ ਪਏ ਸੀ ਸਾਧ ਸੰਗਤ ਦੀ ਮਹਾਨਤਾ ਦੀ। ਸਾਧ ਸੰਗਤ ਦੇ ਵਿੱਚ ਵੀ ਤਾਕਤ ਕਿਉਂ ਹੈ? ਜਦੋਂ ਇਕੱਲਾ ਬੰਦਾ ਬਹਿ ਕੇ ਪਾਠ ਕਰਦਾ ਜਾਂ ਅਰਦਾਸ ਕਰਦਾ ਹੈ ਉਹਦੀ ਸੁਣੀ ਨਹੀਂ ਜਾਂਦੀ। ਕਿਉਂ? ਉਹਦੇ ਅੰਦਰ ਇੰਨਾ ਪ੍ਰੇਮ, ਇੰਨੀ ਖਿੱਚ ਜਿਹੜੀ ਹੁੰਦੀ ਹੈ ਉਹ ਬਣਦੀ ਨਹੀਂ ਹੈ ਕਿ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਪਰਮੇਸ਼ਰ ਵਾਹਿਗੁਰੂ ਹੈ ਉਹਨੂੰ ਉਹ ਖਿੱਚ ਪੈ ਸਕੇ। ਤਾਂ ਜਦੋਂ ਸਾਧ ਸੰਗਤ ਇਕੱਠੀ ਹੁੰਦੀ ਹੈ ਤਾਂ ਸਾਰਿਆਂ ਦੇ ਅੰਦਰ ਥੋੜ੍ਹਾ ਥੋੜ੍ਹਾ ਪ੍ਰੇਮ ਉਹ ਇਕੱਠਾ ਹੋ ਕੇ ਇੱਕ ਸ਼ਕਤੀ ਬਣਦੀ। ਜਦੋਂ ਸਾਰਿਆਂ ਦੇ ਅੰਦਰ ਥੋੜ੍ਹੀ ਥੋੜ੍ਹੀ ਭਾਵਨਾ ਇਕੱਠੀ ਹੁੰਦੀ ਆ ਤੇ ਇੱਕ ਵੱਡੀ ਸ਼ਕਤੀ ਬਣਦੀ ਹੈ, ਵਿਰਾਟ ਸ਼ਕਤੀ ਬਣਦੀ। ਉਹਦੇ ਕਰਕੇ ਫਿਰ ਜਿੰਨੇ ਵੀ ਹਾਜ਼ਰ ਹੁੰਦੇ ਉਹਨਾਂ ਦੀ ਸੁਣੀ ਜਾਂਦੀ ਆ ਤੇ ਵਾਹਿਗੁਰੂ ਪਰਮੇਸ਼ਰ ਨੂੰ ਖਿੱਚ ਪੈਂਦੀ। ਇਸੇ ਕਰਕੇ ਸਾਧ ਸੰਗਤ ਦੇ ਵਿੱਚ ਵੱਡੀ ਤਾਕਤ ਮੰਨੀ ਗਈ ਹੈ। ਤਾਂ ਜਿੰਨੇ ਦੇਵੀ ਦੇਵਤੇ ਨੇ ਇਹਨਾਂ ਵਿੱਚ ਵੀ ਵਾਹਿਗੁਰੂ ਦੀ ਭਗਤੀ ਕਰਕੇ ਹੀ ਤਾਕਤ ਆਈ ਹੈ। ਇਹਨਾਂ 'ਚ ਥੋੜ੍ਹੀ ਥੋੜ੍ਹੀ ਤਾਕਤ ਹੈ। ਜਿੰਨੀ ਕਿਸੇ ਨੇ ਭਗਤੀ ਕੀਤੀ ਮਹਾਰਾਜ ਨੇ ਉਨੀ ਉਹਨੂੰ ਬਰਕਤ ਦੇਤੀ। ਪਰ ਸਭ ਤੋਂ ਵੱਡਾ ਦੇਵਤਾ, ਦੇਵਤਾ ਦਾ ਅਰਥ ਕੀ ਹੁੰਦਾ? ਦੇਣ ਵਾਲਾ। ਤਾਂ ਦੇਵੀ ਦੇਵਤਿਆਂ ਨੂੰ ਕਿੰਨੇ ਦਿੱਤਾ? ਜਿੱਤੋਂ ਲੈ ਕੇ ਅੱਗੇ ਵੰਡਦੇ ਪਏ ਆ। ਦੇਵਤੇ ਦਾ ਅਰਥ ਕੀ ਹੋਇਆ? ਦੇਣ ਵਾਲਾ। ਤਾਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਪਿੱਛੇ ਸਾਰਿਆਂ ਦੇ ਇੱਕ ਹੀ ਹੈ। ਜਿਹਨੂੰ ਉਪਾਧੀ ਕਹਿ ਦਿੰਦੇ ਤਾਂ ਉਪਾਧੀ। ਇਹ ਕਿਸੇ ਦੀ ਵੀ ਤੁਸੀਂ ਗੱਲ ਕਰੋ ਉਹਦੇ ਪਿੱਛੇ ਉਪਾਧੀ ਦੇ ਪਿੱਛੇ ਕੌਣ? ਤਾਂ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ ਹਰੇਕ ਦੇ ਪਿੱਛੇ। ਜਿੰਨੀ ਕਿਸੇ ਨੇ ਭਗਤੀ ਕੀਤੀ ਹੈ ਓਨੀ ਉਹਦੇ ਅੰਦਰ ਤਾਕਤ ਜਿਹੜੀ ਆ ਉਹ ਸਮਾਈ ਗਈ ਹੈ। ਇਸ ਕਰਕੇ ਸੱਚੇ ਪਾਤਸ਼ਾਹ ਦੇਵਤਿਆਂ ਦੇ ਵੀ ਦੇਵਤੇ, ਰਾਜਿਆਂ ਦੇ ਵੀ ਰਾਜੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾਂ ਗੁਰਬਾਣੀ ਕੀ ਕਹਿੰਦੀ ਹੈ? ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣੇ ਹੋ ਲੋਕ ਸਵਾਇਆ। ਗੁਰੂ ਤੋਂ ਵੱਡਾ ਕੋਈ ਦਾਤਾ ਨਹੀਂ ਤੇ ਗੁਰੂ ਤੋਂ ਵੱਡੀ ਰਹਿਮਤ ਕਰਨ ਵਾਲਾ ਕੋਈ ਸੰਸਾਰ ਦੇ ਵਿੱਚ ਨਹੀਂ। ਅੱਜ ਕਰੋਨਾ ਮਹਾਮਾਰੀ ਚੱਲ ਰਹੀ ਹੈ ਤੇ ਅੱਜ ਕਿਤੇ ਗੁਰੂ ਸਾਹਿਬ ਦੀ ਤਾਕਤ ਘਟ ਥੋੜ੍ਹੀ ਗਈ ਹੈ। ਜੇ ਕੋਈ ਕਲਗੀਧਰ ਜੀ ਦੇ ਬਚਨਾਂ ਤੇ ਯਕੀਨ ਕਰਕੇ ਇਹ ਪੜ੍ਹੇਗਾ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ, ਤੇ ਉਹਦੇ ਦੁੱਖ ਅੱਜ ਵੀ ਕੱਟੇ ਜਾਣਗੇ। ਪਿੱਛੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 400 ਸਾਲਾ ਮਨਾਇਆ ਪ੍ਰਕਾਸ਼ ਪੁਰਬ। ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰਾਜਿਆਂ ਦੇ ਵੀ ਰਾਜਾ ਨੇ,
ਕਿਉ ਤੇਗ ਬਹਾਦਰ ਸਿਮਰੀਐ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਸਾਹਿਬ 9 ਨਿਧੀਆਂ ਦੇ ਦਾਤੇ ਨੇ। ਜਿਹੜਾ ਉਹਨਾਂ ਦਾ ਧਿਆਨ ਕਰੂਗਾ, ਚੌਂਕੜਾ ਮਾਰ ਕੇ ਉਹਨਾਂ ਦਾ ਸਿਮਰਨ ਕਰੂਗਾ, ਉਹਨੂੰ ਕਿਸੇ ਚੀਜ਼ ਦਾ ਘਾਟਾ ਆਉਣਾ ਹੀ ਨਹੀਂ। ਅੱਜ 2 ਪ੍ਰੋਬਲਮਾਂ ਆ ਰਹੀਆਂ ਵਾ, ਇੱਕ ਬਿਮਾਰੀ ਦੀ ਤੇ ਇੱਕ ਕਾਰੋਬਾਰ ਦੀ। ਹੁਣ ਆਪਾਂ ਕੌਣ ਆ? ਸ਼ਰਧਾ ਵਾਲੇ। ਤੇ ਜਿਹੜੇ ਸ਼ਰਧਾ ਵਾਲੇ ਗੁਰੂ ਕੇ ਸਿੱਖ ਹੋਣਗੇ, ਉਹਨਾਂ ਵਾਸਤੇ ਕਲਗੀਧਰ ਦੀਆਂ 2 ਲਾਈਨਾਂ ਹੀ ਬੜੀਆਂ ਵਾ। ਪਹਿਲੀ ਬਿਮਾਰੀ ਵਾਸਤੇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਦੂਸਰੀ ਤੇਗ ਬਹਾਦਰ ਸਿਮਰੀਐ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਇੱਕੋ ਇੱਕ ਗੁਰੂ ਘਰ ਇੱਦਾਂ ਦਾ ਸੌਦਾ ਹੈ, ਬਾਦਸ਼ਾਹਾਂ ਦਾ ਵੀ ਬਾਦਸ਼ਾਹ ਗੁਰੂ ਘਰ। ਜਿੱਥੇ ਤੁਸੀਂ 1% ਜੇ ਹਿੱਸਾ ਪਾਉਂਦੇ ਹੋ ਤਾਂ 4% ਤੁਹਾਨੂੰ ਮਿਲੇਗਾ। ਮੰਨ ਲਓ ਤੁਸੀਂ 100 ਰੁਪਈਆ ਦਿੱਤਾ, ਅੱਗਿਓਂ ਕਿੰਨੇ ਮੁੜਨਗੇ? 400। ਇਹ ਨਵੀਂ ਗੱਲ ਵੇਖੀ ਹੈ। ਤੁਸੀਂ ਬਾਹਰ ਚਲੇ ਜਾਓ, ਬਾਜ਼ਾਰ ਦੇ ਵਿੱਚ 100 ਰੁਪਈਆ ਦਿਓ ਅਤੇ ਤੁਸੀਂ ਵਿੱਚੋਂ ਜੇ ਉੱਥੇ 10 ਰੁਪਈਏ ਲਾਓ ਤਾਂ 10 ਘੱਟ ਹੀ ਗਏ ਨਾ, 90 ਹੀ ਮੁੜਨਗੇ। 50 ਲਾਓ ਅਤੇ 50 ਘੱਟ ਗਏ। ਪਰ ਗੁਰਦੁਆਰੇ 'ਚ ਉਲਟਾ ਕੰਮ ਆ। ਜੇ ਤੁਸੀਂ ਇੱਥੇ 10 ਲਾਓਗੇ ਤਾਂ ਤੁਹਾਨੂੰ 40 ਮੁੜਨਗੇ। ਇਹ ਗੁਰਬਾਣੀ ਦੇ ਵਿੱਚ ਲਿਖਿਆ ਹੈ। ਤਾਂ ਜਿੰਨੇ ਵੀ ਸਤਿਗੁਰੂ ਦੇ ਘਰ ਦੇ ਵਿੱਚ ਰੁਪਈਆ ਲਾਇਆ, ਉਹਨੂੰ 4%, ਉਸ 'ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਇਸ ਕਰਕੇ ਗੁਰੂ ਘਰ ਕੀ ਹੈ? ਤਾਂ ਮਹਾਰਾਜ ਕਹਿੰਦੇ ਬਾਦਸ਼ਾਹਾਂ ਦਾ ਵੀ ਬਾਦਸ਼ਾਹ, ਰਾਜਿਆਂ ਦਾ ਵੀ ਰਾਜਾ ਹੈ। ਸੋ ਮਹਾਰਾਜ ਜੀ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਉਪਮਾ ਮਹਾਨ। ਇਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਤੇਰੀ ਉਪਮਾ ਮਹਾਨ ਹੈ, ਵੱਡਿਆਂ ਤੋਂ ਵੀ ਵੱਡੀ ਹੈ, ਅੰਤ ਨਹੀਂ ਪਾਇਆ ਜਾ ਸਕਦਾ। ਕਿੰਨੀ ਕੁ ਕਰੀਏ? ਇੱਕ ਗੱਲ ਕਹਿ ਕੇ ਸਮਾਪਤੀ ਕਰੀਏ। ਹੁਣ ਉਪਮਾ ਮਹਾਨ, ਕਿੱਡੀ ਕੁ ਉਪਮਾ ਰੱਬ ਦੀ। ਵੈਸੇ ਤੇ ਆਸਾ ਜੀ ਦੀ ਵਾਰ ਦੇ ਵਿੱਚ ਮਹਾਰਾਜ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ ਹੈ ਸਾਰੇ ਸ਼ਬਦਾਂ ਦਾ ਹੀ। ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸੱਚ ਨਿਆਮ। ਹੇ ਵਾਹਿਗੁਰੂ, ਤੇਰੀ ਵਡਿਆਈ ਇਸ ਕਰਕੇ ਵੱਡੀ ਹੈ, ਤੇਰਾ ਨਾਮ ਬਹੁਤ ਵੱਡਾ ਹੈ। ਜਿੰਨੇ ਵੀ ਇੱਕ ਵਾਰੀ ਜਪਿਆ ਉਹਦਾ ਬੇੜਾ ਪਾਰ। ਹੇ ਵਾਹਿਗੁਰੂ, ਤੇਰੀ ਵਡਿਆਈ ਤਾਂ ਵੱਡੀ ਹੈ, ਜਾਣੈ ਸਭ ਭਾਓ। ਤੂੰ ਭਾਵਨਾ ਜਾਣਦਾ, ਦਿਲਾਂ ਦੀਆਂ ਜਾਣਦਾ। ਬੋਲਣ ਦੀ ਲੋੜ ਨਹੀਂ, ਦੱਸਣ ਦੀ ਲੋੜ ਨਹੀਂ, ਦਿਲਾਂ ਦੀਆਂ ਜਾਣਦਾ। ਹੇ ਵਾਹਿਗੁਰੂ, ਤੇਰੀ ਵੱਡੀ ਵਡਿਆਈ ਤਾਂ ਹੈ ਕਿ ਤੂੰ ਅਰਦਾਸਾਂ ਨੂੰ ਸੁਣਦਾ ਹੈ, ਪੂਰਾ ਨਿਆਂ ਕਰਦਾ। ਪੂਰਾ ਆਸਾ ਦੀ ਵਾਰ ਦੇ ਵਿੱਚ ਇਹ ਸ਼ਬਦ ਲਿਖਿਆ ਹੈ ਕਿ ਵਾਹਿਗੁਰੂ ਦੀ ਵਡਿਆਈ ਕਿਉਂ ਵੱਡੀ ਹੈ। ਜੇ ਕੋਈ ਸਵਾਲ ਕਰਦੇ ਨਾ ਕਿ ਰੱਬ ਕਿਉਂ ਵੱਡਾ, ਉਹਦੀ ਉਪਮਾ ਕਿਉਂ ਵੱਡੀ, ਉਪਮਾ ਮਹਾਨ ਕਿਉਂ, ਤਾਂ ਉਹ ਮਹਾਰਾਜ ਜੀ ਨੇ ਲਿਖਿਆ ਉੱਥੇ। ਆਪਾਂ ਤਾਂ ਇੱਕ ਪੰਕਤੀ ਲੈਣੀ ਹੈ, ਵਾਹਿਗੁਰੂ ਦੀ ਉਪਮਾ ਕਿਉਂ ਵੱਡੀ ਹੈ। ਤਾਂ ਆਸਾ ਦੀ ਵਾਰ ਕੋਈ ਪ੍ਰੇਮ ਨਾਲ ਪੜ੍ਹੇ ਤਾਂ ਮਹਾਰਾਜ ਕੀ ਕਹਿੰਦੇ? ਨਾਉ ਤੇਰਾ ਨਿਰੰਕਾਰ ਹੈ, ਨਾਉ ਤੇਰਾ ਨਿਰੰਕਾਰ ਹੈ, ਨਾਏ ਲਿਆ ਨਰਕ ਨਾ ਜਾਈਏ। ਅੱਜ ਤੱਕ ਨਿਰੰਕਾਰ ਸ਼ਬਦ ਦਾ ਅਰਥ ਨਿਰਆਕਾਰ ਕੀਤਾ ਸੀ, ਪਰ ਮਹਾਰਾਜ ਨੇ ਇੱਕ ਨਵਾਂ ਅਰਥ ਕੀਤਾ। ਨਿਰੰਕਾਰ ਉਹਨੂੰ ਕਹਿੰਦੇ ਆ ਜਿਹਦਾ ਨਾਂ ਲਿਆ ਨਰਕਾਂ 'ਚ ਨਹੀਂ ਜਾਈਦਾ। ਇੱਕ ਵਾਰੀ ਜਿਹਦੇ ਮੂੰਹੋਂ ਨਿਕਲ ਗਿਆ ਉਹਨੂੰ ਫਿਰ ਨਰਕਾਂ 'ਚ ਨਹੀਂ ਪਾਇਆ ਜਾਂਦਾ ਹੈ। ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੇ। ਬਦਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ। ਇਸ ਕਰਕੇ ਕਿੱਡੀ ਕੁ ਵੱਡੀ ਆਪ ਜੀ ਦੀ ਉਪਮਾ ਵਾ। ਜਿਹਦੇ ਮੂੰਹੋਂ ਇੱਕ ਵਾਰੀ ਨਿਕਲ ਗਿਆ ਵਾਹਿਗੁਰੂ, ਉਹ ਵੀ ਨਰਕਾਂ ਦੇ ਵਿੱਚ ਨਹੀਂ ਪੈਂਦਾ। ਹੇ ਵਾਹਿਗੁਰੂ, ਤੇਰੀ ਐਸੀ ਉਪਮਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ। ਆਓ ਹੁਣ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਮਾਪਤੀ ਤੇ ਅਰਦਾਸ ਬੇਨਤੀ ਕਰੀਏ। ਲੇਖੈ ਕਤੈ ਨਾ ਛੂਟੀਐ, ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸਵਾਬੀ, ਮਾਨਸ ਕੀ ਗਤ ਇਹੀ। ਆਇਓ ਸਰਨ ਦੀਨ ਦੁਖ ਭੰਜਨ,
चितवो तुमरी ओर अपै पदान सिमरन स्वामी को प्रभ नानक बंधन शोर दास जान कर दास पर कीजय कृपा पार आप हाथ दे राख मोहे मन ਕਰਮ ਵਿਚਾਰ ਕਰਮ ਵਚਨ ਵਿਚਾਰ ਬਚਨ ਵਿਚਾਰ। ਆਓ ਹੁਣ ਕਥਾ ਵਿਚਾਰ ਦੀ ਇੱਥੇ ਹੀ ਸਮਾਪਤੀ ਹੈ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।